ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੇ ਲਾਇਆ ਮੋਹਲਤ ਪੁੰਨੀ ਪਾਈ ਪਰੀ ਜਾਨੀੜਾ ਕਤ ਚਲਾਇਆ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣਿਓ ਹੈ ਤੈ ਪਾਸੋਂ ਹੋਏ ਲੱਦ ਗਏ। ਤੂੰ ਅਜੇ ਨਾਪ ਤੀਣਿਓ ਹੈ ਚੇਤਨਾ ਹੈ ਤੋ ਚੇਤ ਲੈ। ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ। ਫੂਟੇ ਘਟ ਜਿਉ ਪਾਣੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਰਬ ਕਲਾ ਸਮਰੱਥ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਦੋ ਜਹਾਂ ਦੇ ਵਾਲੀ ਸਰਬ ਗੁਰੂ ਜਗਤ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਜੀ ਦੀ ਪਵਿੱਤਰ ਗੋਦ ਵਿੱਚ ਸੁਭਾਏਮਾਨ ਹੋਈ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਅਸੀਂ ਸਤਿਕਾਰਯੋਗ ਮਾਤਾ ਬੀਬੀ ਮਹਿੰਦਰ ਕੌਰ ਜੀ ਤਿਨਾਂ ਦੀ ਪਹਿਲੀ ਬਰਸੀ ਦੇ ਸੰਬੰਧ ਵਿੱਚ ਗੁਰੂ ਚਰਨਾਂ ਵਿੱਚ ਇਕੱਤਰਿਤ ਹੋਏ ਹਾਂ। ਜੋ ਸੇਵਕ ਪਰਿਵਾਰ ਨੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ, ਤਿਨਾਂ ਦੀ ਸੰਪੂਰਨਤਾ ਹੋਈ। ਉਪਰੰਤ ਕਥਾ ਕੀਰਤਨ ਦੇ ਦੀਵਾਨ ਸਜਾਉਣ ਵਾਸਤੇ ਮਹਾਰਾਜ ਦੇ ਪਾਵਨ ਸਰੂਪ ਖੁੱਲੇ ਪੰਡਾਲਾਂ ਵਿੱਚ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ। ਆਓ ਪਰਿਵਾਰ ਵੱਲੋਂ ਹੁਕਮ ਹੋਇਆ ਕਿ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਮਾਤਾ ਜੀ ਦੀ ਯਾਦ ਨੂੰ ਚੇਤੇ ਕਰਦਿਆਂ ਹੋਇਆਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਮਾਂ ਵਾਕ ਅਨੁਸਾਰ ਔਰ ਸਾਧ ਸੰਗਤ ਕੁਝ ਸਿੱਖਿਆ ਗੁਰੂ ਦੀ ਬਾਣੀ ਚੋਂ ਅਸੀਂ ਪ੍ਰਾਪਤ ਕਰਨ ਦਾ ਯਤਨ ਕਰੀਏ। ਵਿਚਾਰਾਂ ਦੀ ਰਮਤਾ ਤੋਂ ਪ੍ਰਥਮ ਜਿੱਥੇ ਆਪ ਜੀਆਂ ਨੇ ਸਾਧ ਸੰਗਤ ਬੇਨਤੀ ਕਰਾਂ ਤਨ ਕਰਕੇ ਸਾਵਧਾਨ ਹੋ ਕੇ ਬੈਠਣਾ ਹੈ, ਉੱਥੇ ਮਨ ਕਰਕੇ ਇਕਾਗਰ ਹੋ ਕੇ ਬੈਠਣ ਦਾ ਯਤਨ ਕਰੀਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ, ਤਾਂ ਜੋ ਸਾਡੀ ਸਾਰਿਆਂ ਦੀ ਹਾਜ਼ਰੀ ਲੱਗ ਸਕੇ। ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਨਾਸ਼ਤਾ ਕਰ ਲਿਆ ਉਹ ਵੀ ਸੰਗਤਾਂ ਆ ਕੇ ਪੰਡਾਲ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਬੈਠਣ ਦਾ ਸਜਨ ਦਾ ਜੋ ਯਤਨ ਕਰਨ। ਆਓ ਸਭ ਤੋਂ ਪਹਿਲਾਂ ਸਾਧ ਸੰਗਤ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੋ ਜਨਮ ਤੇ ਮਰਨ ਦੇ ਵਿਚਕਾਰ ਦਾ ਜੋ ਪੀਰੀਅਡ ਹੁੰਦਾ, ਸਮਾਂ ਹੁੰਦਾ, ਇਸ ਨੂੰ ਸਾਧ ਸੰਗਤ ਜੀਵਨ ਕਿਹਾ ਜਾਂਦਾ। ਇਹ ਜੋ ਜੀਵਨ ਹੈ ਇਹ ਮਨੁੱਖਾ ਦੇਹੀ ਦਾ ਜੋ ਖਾਸ ਤੌਰ ਤੇ ਜੀਵਨ ਹੈ। ਜੀਵਨ ਤਾਂ ਸਾਧ ਸੰਗਤ 84 ਲੱਖ ਜੂਨਾਂ ਦੇ ਵਿੱਚ ਵੀ ਜੀਵ ਜਿਉਂ ਰਹੇ ਨੇ, ਪਰ ਜੋ ਖਾਸ ਤੌਰ ਤੇ ਮਨੁੱਖਾ ਜਨਮ ਦੇ ਦੇਹੀ ਦੇ ਵਿੱਚ ਅਸੀਂ ਜੀਵਨ ਜਿਉਂਦੇ ਹਾਂ, ਇਸ ਦੀ ਮਹਾਰਾਜ ਨੇ ਬਹੁਤ ਹੀ ਮਹਾਨਤਾ ਲਿਖੀ ਹੈ ਕਿ 1,84 ਭਰਮਤਿਆ ਦੁਰਲਭ ਜਨਮ ਅਬ ਪਾਇਓਏ। 84 ਲੱਖ ਜੂਨਾਂ ਵਿੱਚ ਇੱਕ ਇੱਕ ਵਾਰ ਨਹੀਂ, ਕਈ ਹਜ਼ਾਰਾਂ ਵਾਰ ਮਹਾਰਾਜ ਕਹਿੰਦੇ ਹਨ ਕਿ ਕਈ ਜਨਮ ਹੈਵਰ ਬਿਰਖ ਹੋਇਓ, ਕਈ ਜਨਮ
ਇਸ ਤਰ੍ਹਾਂ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਮਹਾਵਾਕਾਂ ਅਨੁਸਾਰ ਇੱਕ ਇੱਕ ਜੂਨ ਵਿੱਚ ਕਈ ਕਈ ਵਾਰੀ ਜਨਮ ਲੈਣ ਤੋਂ ਬਾਅਦ ਇਹ ਮਨੁੱਖਾ ਦੇਹੀ ਦਾ ਅਵਸਰ, ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਮਹਾਰਾਜ ਕਹਿੰਦੇ ਹਨ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਵਾਹਿਗੁਰੂ ਨੂੰ ਮਿਲਣ ਵਾਸਤੇ ਇੱਕ ਚਾਂਸ, ਗੋਲਡਨ ਚਾਂਸ ਜਿਹਨੂੰ ਕਹਿ ਦਈਏ, ਵਾਰੀ ਕਹਿ ਦਈਏ, ਸਾਨੂੰ ਵਾਹਿਗੁਰੂ ਜੀ ਨੇ ਤਰਸ ਕਰਕੇ ਦਿੱਤੀ ਹੈ। ਇਹ ਅਵਸਰ ਨੂੰ, ਇਸ ਵਾਰੀ ਨੂੰ, ਇਸ ਚਾਂਸ ਨੂੰ ਸੰਭਾਲਣਾ ਸਾਧ ਸੰਗਤ ਸਾਡਾ ਸਭ ਦਾ ਨੈਤਿਕ ਸਭ ਤੋਂ ਪਹਿਲਾ ਫਰਜ਼ ਹੈ। ਮਨੁੱਖਾ ਜਨਮ ਵਿੱਚ ਆ ਕੇ ਸਾਧ ਸੰਗਤ ਅਸੀਂ ਵਾਹਿਗੁਰੂ ਜੀ ਨੂੰ ਭੁੱਲ ਗਏ, ਜਿਸ ਨੂੰ ਮਹਾਰਾਜ ਆਨੰਦ ਸਾਹਿਬ ਚ ਵਿਖਿਆਨ ਕਰਦੇ ਹਨ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਹੀ ਮਾਂ ਦੇ ਗਰਭ ਦੇ ਵਿੱਚੋਂ ਜੀਵ ਨੇ ਬਾਹਰ ਆਉਣਾ ਕੀਤਾ ਹੈ ਤਾਂ ਮਹਾਰਾਜ ਕਹਿੰਦੇ ਹਨ ਮਾਇਆ ਨੇ ਆਪਣਾ ਜ਼ੋਰ ਪ੍ਰਭਾਵ ਪਾ ਦਿੱਤਾ ਔਰ ਸਾਧ ਸੰਗਤ ਤੇ ਬੱਚਾ ਰੋਇਆ ਇਸ ਕਰਕੇ ਨਹੀਂ ਕਿ ਇਸ ਨੂੰ ਤਨ ਕਰਕੇ ਪੀੜ ਹੋਈ ਹੈ, ਰੋਇਆ ਤਾਂ ਇਸ ਕਰਕੇ ਹੈ ਸਾਧ ਸੰਗਤ ਕਿ ਇਸ ਦੀ ਲਿਵ ਛੁੜਕ ਗਈ, ਇਸ ਦੀ ਲੱਗੀ ਹੋਈ ਉਹ ਸਮਾਧੀ ਟੁੱਟ ਗਈ, ਜਿਸ ਨੂੰ ਮਹਾਰਾਜ ਲਿਖਦੇ ਹਨ ਕਿ ਪਹਿਲੇ ਪੈਰੇ ਰਹਿਣ ਕੇ ਵਣਜ਼ਾਰਿਆ ਮਿੱਤਰਾ। ਪਹਿਲੇ ਪੈਰ ਦੇ ਵਿੱਚ ਜ਼ਿੰਦਗੀ ਦੇ ਸਾਧ ਸੰਗਤ ਮਾਂ ਦੇ ਗਰਭ ਦਾ ਉਹ ਸਮਾਂ ਹੁੰਦਾ ਹੈ। ਉਰਦ ਧਿਆਨ ਲਿਵ ਲਾਗਾ, ਉੱਥੇ ਪੁੱਠਾ ਲਟਕਦਾ ਹੋਇਆ ਵੀ ਜੀਵ ਸਾਧ ਸੰਗਤ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗਿਆ ਹੁੰਦਾ ਤੇ ਸਿਮਰਨ ਹੀ ਉੱਥੇ ਇਸ ਦੀ ਰੱਖਿਆ ਕਰਦਾ, ਨਾਮ ਹੀ ਰੱਖਿਆ ਕਰਦਾ, ਜਿਸ ਨੂੰ ਅਸੀਂ ਪੜ੍ਹਦੇ ਹਾਂ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ, ਤਾਰਹੁ ਤਾਰਨਹਾਰੇ। ਸਾਧ ਸੰਗਤ ਮਾਂ ਦਾ ਜਿਹੜਾ ਗਰਭ ਹੈ, ਬਾਣੀ ਦੇ ਵਿੱਚ ਭੱਬੇ ਨਾਲ ਲਿਖਿਆ ਹੈ, ਭੱਬਾ ਜਿੱਥੇ ਵੀ ਆਏਗਾ ਉੱਥੇ ਅਰਥ ਪੇਟ ਹੈ, ਮਾਂ ਦਾ ਪੇਟ, ਤੇ ਜਿੱਥੇ ਬੱਬੇ ਨਾਲ ਆਉਂਦਾ ਉੱਥੇ ਗਰਭ ਤੋਂ ਅਰਥ ਹੰਕਾਰ ਹੁੰਦਾ। ਸਾਧ ਸੰਗਤ ਮਾਂ ਦਾ ਜਿਹੜਾ ਗਰਭ ਹੈ ਉਹ ਸਾਡਾ ਸਭ ਤੋਂ ਪਹਿਲਾ ਤਪੋ ਸਥਾਨ ਹੁੰਦਾ, ਜਿੱਥੇ ਹਰ ਮਨੁੱਖ, ਹਰ ਪ੍ਰਾਣੀ ਕਰੀਬ 6-7 ਮਹੀਨੇ ਤਪ ਕਰਦਾ, ਸਿਮਰਨ ਕਰਦਾ। ਹੋ ਸਕਦਾ ਦੁਨੀਆ ਵਿੱਚ ਆ ਕੇ ਕੋਈ ਸਿਮਰਨ ਕਰੇ ਨਾ ਕਰੇ, ਇਹ ਆਪੋ ਆਪਣੇ ਕਰਮ ਹਨ। ਇਹ ਸਾਧ ਸੰਗਤ ਇਹ ਵੱਖੋ ਵੱਖਰਾ ਸਭ ਦਾ ਸੁਭਾਅ ਬਣ ਜਾਂਦਾ, ਪਰ ਮਨੁੱਖਾ ਜਨਮ ਦੀ ਪ੍ਰਾਪਤੀ ਤੋਂ ਪਹਿਲਾਂ ਕਰੀਬ 6-7 ਮਹੀਨੇ ਜਦੋਂ ਵਾਹਿਗੁਰੂ ਸਾਡੇ ਸਰੀਰ ਨੂੰ ਮਾਂ ਦੇ ਗਰਭ ਦੇ ਵਿੱਚ ਸਜਾਉਂਦਾ ਹੈ, ਜਿਹਨੂੰ ਮਹਾਰਾਜ ਲਿਖਦੇ ਹਨ ਰਾਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਮਾਤ ਗਰਭ ਮੈਂ ਜਿਨੇ ਉਭਾਰਿਆ। ਮਹਾਰਾਜ ਕਹਿੰਦੇ ਨੇ ਮਾਂ ਦੇ ਗਰਭ ਦੇ ਵਿੱਚ 6 ਮਹੀਨੇ ਗਡੇਂਦਿਆਂ ਵਾਹਿਗੁਰੂ ਜੀ ਨੇ ਲਾਏ, ਫਿਰ 10ਵੀਂ ਮਾਸੀ ਹੁਕਮ ਬਾਲਕ ਜਨਮ ਲਿਆ, 9-10 ਮਹੀਨਿਆਂ ਤੋਂ ਬਾਅਦ ਸਾਡਾ ਜਨਮ ਹੋਇਆ, ਪਰ 6 ਮਹੀਨੇ ਵਾਹਿਗੁਰੂ ਜੀ ਨੇ ਸਾਡੇ ਇਸ ਪੁਤਲੀ ਨੂੰ, ਸਰੀਰ ਨੂੰ ਬਣਾਉਣ ਤੇ ਸਾਜਣ ਸਵਾਰਨ ਤੇ ਲਾਏ ਹਨ ਸਾਧ ਸੰਗਤ ਜੀ, ਕਿਉਂਕਿ ਇਸ ਦੇਹੀ ਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਫਿਰ ਸਾਧ ਸੰਗਤ ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਫਿਰ ਵਾਹਿਗੁਰੂ ਜੀ ਨੇ ਤੇਰੇ ਜਨਮ ਲੈਣ ਤੋਂ ਪਹਿਲਾਂ ਹੀ ਮਾਂ ਦੇ ਛਾਤੀ ਦੇ ਵਿੱਚ ਤੇਰੇ ਵਾਸਤੇ ਦੁੱਧ ਪੈਦਾ ਕਰ ਦਿੱਤਾ। ਸਾਧ ਸੰਗਤ ਕੱਪੜੇ ਲੀੜੇ ਦਾ ਪ੍ਰਬੰਧ ਕਰ ਦਿੱਤਾ, ਭਰ ਜੋਬਨ ਦੇ ਵਿੱਚ ਸੁੱਖ ਸਹੂਲਤਾਂ ਦੇ ਦਿੱਤੀਆਂ। ਬਿਰਧ ਭਇਆ ਉੱਪਰ ਸਾਕ ਸੈਨ, ਮੁਖ ਪਿਆਓ ਬੈਠ ਕੋ ਦੈਨ। ਜਦੋਂ ਸਰੀਰ ਇਸ ਅਵਸਥਾ ਤੇ ਵੀ ਚਲਾ ਜਾਂਦਾ ਕਿ ਫਰੀਦਾ ਕਹਿੰਦੇ ਹਨ ਕਿ ਅੱਜ ਪਾਣੀ ਦਾ ਘੜਾ ਕੁਜੜਾ ਵੀ ਦੂਰ ਨੇੜੇ ਪਿਆ ਹੋਇਆ ਵੀ ਇਸ ਤਰ੍ਹਾਂ ਲੱਗਦਾ ਵੀ 100 ਕੋਹਾਂ ਤੇ ਪਿਆ, ਉੱਠ ਕੇ ਚੁੱਕਣ ਦਾ ਪਾਣੀ ਦਾ ਗਲਾਸ ਵੀ ਹੀਲਾ ਨਹੀਂ ਪੈਂਦਾ। ਸਾਧ ਸੰਗਤ ਉਦੋਂ ਪੁੱਤ ਪੋਤਰੇ ਧੀਆਂ ਪੁੱਤਰ ਜਿਹੜੇ ਹਨ ਉਹ ਸੇਵਾ ਵਿੱਚ ਵਾਹਿਗੁਰੂ ਲਾ ਦਿੰਦਾ ਹੈ। ਬਿਰਧ ਭਇਆ ਉੱਪਰ ਸਾਕ ਸੈਨ, ਮੁਖ ਪਿਆਓ ਬੈਠ ਕੋ ਦੈਨ। ਪਰ ਮਹਾਰਾਜ ਕਹਿੰਦੇ ਇਹੋ ਨਿਰਗੁਣ, ਗੁਣ ਕਛੂ ਨਾ ਬੁਝੈ, ਬਖਸ਼ ਲਿਹੋ ਤੋ ਨਾਨਕ ਸੀਜੇ। ਸਾਰੀ ਜ਼ਿੰਦਗੀ ਲੰਘ ਜਾਂਦੀ, ਪਰ ਸਾਧ ਸੰਗਤ ਇਹ ਮਨੁੱਖ ਜਿਹੜਾ ਹੈ ਉਸ ਰਮਈਏ ਦੇ ਗੁਣਾਂ ਨੂੰ, ਪਰਉਪਕਾਰਾਂ ਨੂੰ ਚੇਤੇ ਹੀ ਨਹੀਂ ਕਰਦਾ। ਸਾਧ ਸੰਗਤ ਵਾਹਿਗੁਰੂ ਜੀ ਨੇ ਜੋ ਇਹ ਦੇਹੀ ਦਿੱਤੀ, ਇਸ ਨੂੰ ਉਸ ਨੇ ਚਲਾਉਣਾ, ਇਸ ਨੇ ਆਪਣੀ ਮੰਜ਼ਿਲ ਮੁਕਾਮ ਤੇ ਆਪਣੇ ਆਪ ਪਹੁੰਚ ਜਾਣਾ। ਬਾਲ
ਤੋਂ ਬਚਪਨ ਤੋਂ ਸਾਧ ਸੰਗਤ ਇਸ ਨੇ ਜਵਾਨੀ 'ਚ ਚਲੇ ਜਾਣਾ, ਜਵਾਨੀ 'ਚੋਂ ਬੁਢਾਪੇ ਤੇ ਬੁਢਾਪੇ ਤੋਂ ਇਸ ਨੇ ਮੌਤ ਤੱਕ ਆਪਣੇ ਆਪ ਪਹੁੰਚ ਜਾਣਾ। ਕਿਸੇ ਨੂੰ ਕੋਈ ਯਤਨ ਨਹੀਂ ਕਰਨਾ ਪੈਂਦਾ, ਦਵਾਈ ਨਹੀਂ ਲੈਣੀ ਪੈਂਦੀ ਬਚਪਨ ਤੋਂ ਜਵਾਨ ਹੋਣ ਲਈ, ਜਵਾਨ ਤੋਂ ਬੁੱਢੇ ਹੋਣ ਲਈ। ਸਾਧ ਸੰਗਤ ਇਸ ਸਰੀਰ ਦੀ ਮੰਜ਼ਿਲ ਮੌਤ ਹੈ, ਸ਼ਮਸ਼ਾਨ ਹੈ। ਇਸ ਨੇ ਆਪਣੇ ਆਪ ਵਾਹਿਗੁਰੂ ਦੇ ਹੁਕਮ ਵਿੱਚ ਚੱਲ ਕੇ ਪਹੁੰਚ ਜਾਣਾ। ਪਰ ਜਿਹੜੀ ਜੀਵ ਆਤਮਾ ਹੈ ਸਾਧ ਸੰਗਤ, ਇਹ ਜਿੱਥੇ ਜਨਮ ਲਿਆ ਇਹ ਉੱਥੇ ਦੀ ਉੱਥੇ ਖੜੀ। ਇਹਨੇ ਵਾਹਿਗੁਰੂ ਵੱਲ ਨੂੰ, ਇਹਨੇ ਸੱਚਖੰਡ ਵੱਲ ਨੂੰ, ਧਰਮ ਵਾਲੇ ਪਾਸੇ ਨੂੰ ਕਿੰਨੇ ਕਦਮ ਪੁੱਟੇ ਜਾਂ ਨਾ ਪੁੱਟੇ, ਇਹ ਇਸ ਦੀ ਮਰਜ਼ੀ ਤੇ ਡਿਪੈਂਡ ਹੈ ਕਿ ਇਹ ਚੱਲੇ ਕਿ ਨਾ ਚੱਲੇ। ਪਰ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ, ਉਹ ਜਿਉਂਦੇ ਜੀ ਚੌਥੇ ਪਦ ਤੇ ਤੁਰਿਆ ਅਵਸਥਾ ਮੁਕਤੀ ਦੀ ਦਾਤ ਪ੍ਰਾਪਤ ਕਰ ਜਾਂਦੇ। ਉਹਨਾਂ ਦਾ 10ਵਾਂ ਦਵਾਰ ਖੁੱਲ ਜਾਂਦਾ। ਨਹੀਂ ਤਾਂ ਸਾਧ ਸੰਗਤ 9 ਦਵਾਰਿਆਂ ਦੇ ਵਿੱਚ ਹੀ ਇਹ ਸਰੀਰ ਦੇ ਇਹ ਜੀਵ ਆਤਮਾ ਤੇ ਮਨ ਭਟਕਦਾ ਰਹਿੰਦਾ। ਜਿਹਨੂੰ ਮਹਾਰਾਜ ਲਿਖਦੇ ਹਨ, ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਪਵਨ ਭਾਵ ਹਵਾ ਦਾ ਵਾਜਾ ਵੱਜ ਰਿਹਾ ਹੈ ਸਾਧ ਸੰਗਤ। ਜੇ ਮੈਂ ਬੋਲ ਰਿਹਾ ਹਾਂ, ਤੁਸੀਂ ਸੁਣ ਰਹੇ ਹੋ, ਇਹ ਸ਼ਬਦ ਜਿਹੜਾ ਵਾਜਾ ਪੈਦਾ ਹੋ ਰਿਹਾ, ਇਹ ਸਵਾਸ ਅੰਦਰ ਤੇ ਬਾਹਰ ਜਾ ਕੇ ਹੀ ਬਣ ਰਿਹਾ। ਹਰ ਜੀਉ ਗੁਫਾ ਅੰਦਰ, ਸਰੀਰ ਦੀ ਗੁਫਾ ਵਿੱਚ ਰੱਖ ਕੇ ਵਾਹਿਗੁਰੂ ਜੀ ਨੇ ਪਵਨ ਦਾ ਵਾਜਾ ਚਲਾ ਦਿੱਤਾ। 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਮਹਾਰਾਜ ਕਹਿੰਦੇ ਹਨ, ਇੱਕ ਨਾ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੂੰ 10ਵਾਂ ਦਵਾਰ ਵੀ ਲੱਭ ਜਾਂਦਾ, ਪਰ ਸਾਡੇ ਵਰਗੇ 9 ਦਵਾਰਾਂ ਤੇ ਭਟਕਦੇ ਮਰ ਜਾਂਦੇ। ਤੋ ਸਾਧ ਸੰਗਤ, ਇਹ ਜੀਵਨ ਦਾ ਜੋ ਸਫ਼ਰ ਹੈ, ਵਾਹਿਗੁਰੂ ਜੀ ਨੇ ਜੋ ਇਹ ਦੇਹੀ ਬਖਸ਼ੀ, ਜੋ ਮੈਂ ਆਰੰਭ 'ਚ ਬੇਨਤੀ ਕੀਤੀ ਹੈ, ਸਾਧ ਸੰਗਤ ਇਸ ਦੇਹੀ ਦੇ ਪ੍ਰਥਾਏ ਮਹਾਰਾਜ ਜੀ ਨੇ ਦੁਨਿਆਵੀ ਬਹੁਤ ਸਾਰੇ ਪ੍ਰਮਾਣ ਦੇ ਕੇ ਸਾਨੂੰ ਸਮਝਾਉਣਾ ਕੀਤਾ ਹੈ। ਇਸ ਨੂੰ ਪਿੰਡ ਵੀ ਕਿਹਾ, ਇਸ ਨੂੰ ਸਾਧ ਸੰਗਤ ਜੀ ਮਹਾਰਾਜ ਜੀ ਨੇ ਆਲਣਾ ਵੀ ਕਿਹਾ। ਜਿਸ ਤਰ੍ਹਾਂ ਕਿਸੇ ਦਰਖਤ ਦੇ ਉੱਤੇ ਸਾਧ ਸੰਗਤ ਕੋਈ ਆਲਣਾ ਹੁੰਦਾ, ਆਲਣੇ ਦੇ ਵਿੱਚ ਆ ਕੇ ਪੰਛੀ ਬੈਠ ਜਾਂਦਾ। ਜਦੋਂ ਸਾਧ ਸੰਗਤ ਰਾਤ ਨੂੰ ਆ ਕੇ ਪੰਛੀ ਬੈਠਦਾ ਹੈ, ਦਿਨ ਚੜ੍ਹਦਾ ਹੈ, ਉੱਡ ਜਾਂਦਾ ਹੈ। ਬਿਰਖੇ ਹੇਠ ਸਭ ਜਨਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਉਦ ਬਿਹਾਣੀਆਂ। ਮਹਾਰਾਜ ਕਹਿੰਦੇ ਹਨ, ਜਿਵੇਂ ਜਿਵੇਂ ਰਾਤ ਕਿਸੇ ਦੀ ਉਮਰ ਜ਼ਿੰਦਗੀ ਦੀ ਲੰਘ ਜਾਂਦੀ ਹੈ, ਸਾਧ ਸੰਗਤ 4 ਪਹਿਰਾਂ ਦੀ ਰਾਤ, 4 ਪਹਿਰਾਂ ਦਾ ਦਿਨ ਹੈ। ਸਾਧ ਸੰਗਤ ਜਿਵੇਂ ਕਿਸੇ ਦਾ ਦਿਨ ਰਾਤ ਗੁਜ਼ਰ ਜਾਂਦਾ, ਤੋ ਇਸ ਸੰਸਾਰ ਤੋਂ, ਇਸ ਦਰਖਤ ਤੋਂ ਕੂਚ ਕਰ ਜਾਂਦਾ। ਸਤਿਗੁਰੂ ਮਹਾਰਾਜ ਦੀ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਸ਼ਬਦ ਆਉਂਦਾ, ਉੱਥੇ ਉਹਨਾਂ ਇਸ ਦੇਹੀ ਦੀ ਵੀ ਬਹੁਤ ਸੁੰਦਰ ਵਿਆਖਿਆ ਕੀਤੀ ਹੈ। ਕਹਿਣ ਲੱਗੇ, ਜਲ ਕੀ ਭੀਤ ਪਵਨ ਕਾ ਥੰਬਾ। ਦੂਸਰੀ ਉਦਾਹਰਨ ਦੇਵਾਂ, ਕਹਿਣ ਲੱਗੇ ਜਿਸ ਤਰ੍ਹਾਂ ਜਲ ਕੀ ਭੀਤ ਭਾਵ ਮਹਾਰਾਜ ਕਹਿਣ ਲੱਗੇ ਕਿ ਜਿਸ ਤਰ੍ਹਾਂ ਪਾਣੀ ਦੀ ਕੰਧ ਹੋਵੇ। ਸਾਧ ਸੰਗਤ, ਤੁਸੀਂ ਕਦੇ ਪਾਣੀ ਦੀ ਕੰਧ ਨਹੀਂ ਦੇਖੀ ਹੋਣੀ, ਪਰ ਪਾਣੀ ਦੀ ਕੰਧ ਤੋਂ ਭਾਵ ਹੈ ਕਿ ਜਿਸ ਤਰ੍ਹਾਂ ਸਾਧ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ, ਉਹ ਕਿਸ ਤਾਕਤ ਦੇ ਨਾਲ ਬਣਦੀਆਂ, ਉਹਨਾਂ ਦੇ ਵਿੱਚ ਹਵਾ ਦਾ ਪ੍ਰੈਸ਼ਰ ਬਣਦਾ, ਹਵਾ ਦਾ ਦਬਾਅ ਬਣਦਾ, ਤੇ ਉਹ ਪਾਣੀ ਕਈ ਫੁੱਟ ਉੱਚਾ ਉੱਠ ਜਾਂਦਾ। ਇਸ ਤਰ੍ਹਾਂ ਸਾਡੇ ਅੰਦਰ ਵੀ ਸਾਧ ਸੰਗਤ ਵਾਹਿਗੁਰੂ ਜੀ ਨੇ ਹਵਾ ਦਾ ਪ੍ਰੈਸ਼ਰ ਬਣਾਇਆ ਹੋਇਆ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਮਾਂ ਕੀ ਰਕਤ ਪਿਤਾ ਬਿਧਾਰਾ ਤੋਂ ਸੰਜੋਗ ਬਣ ਕੇ ਗਾਰੇ ਤੋਂ ਸਾਧ ਸੰਗਤ ਤੇ ਸਾਡਾ ਸਰੀਰ ਦੇਹੀ ਮਿੱਝ ਦਾ ਬਣਿਆ ਹੋਇਆ। ਹਾਂਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸੇ ਵਿਚਾਰਾ। ਇੱਕ ਸਾਧ ਸੰਗਤ ਆਲਣਾ ਬਣਾਇਆ ਹੋਇਆ, ਜਿਸ ਵਿੱਚ ਇਹ ਵਿਚਾਰਾ ਪੰਛੀ ਜੀਵ ਵਸ ਰਿਹਾ। ਕਹਿਣ ਲੱਗੇ ਕਿਸੇ ਕਿਸਾਨ ਦੇ ਖੇਤ ਦੇ ਵਿੱਚ ਸਾਧ ਸੰਗਤ ਕੋਈ ਟਾਹਲੀ ਦਾ ਦਰਖਤ ਖੜਾ ਸੀ, ਤੇ ਉਸਨੇ ਘਰ ਬਣਾਇਆ, ਆਪਣੀ ਕੋਠੀ ਪਾਈ, ਤੇ ਬੜੇ ਚਿਰ ਤੋਂ ਉਸਨੂੰ ਪਤਾ ਸੀ ਮੇਰੇ ਖੇਤ ਵਿੱਚ ਟਾਹਲੀ ਖੜੀ ਹੈ, ਤੇ ਜਦੋਂ ਲੋੜ ਪੈ ਗਈ ਮੈਂ ਇਸ ਟਾਹਲੀ ਨੂੰ ਵੱਢ ਕੇ ਇਸ ਦੀਆਂ ਚੁਗਾਠਾਂ, ਇਸ ਦੇ ਘਰ ਵਾਸਤੇ ਦਰਵਾਜ਼ੇ ਬੂਹੇ ਬਾਰੀਆਂ ਬਣਵਾ ਸਕਦਾ। ਹੋਇਆ ਕਿ ਉਸ ਟਾਹਲੀ ਦੇ ਉੱਤੇ ਸਾਧ ਸੰਗਤ ਇੱਕ ਪੰਛੀ ਨੇ ਆਲਣਾ ਪਾਇਆ ਹੋਇਆ, ਤੇ ਸਾਧ ਸੰਗਤ ਉਹ ਪੰਛੀ ਸਵੇਰੇ ਉਸ ਆਲਣੇ ਦੇ ਵਿੱਚੋਂ ਉੱਡ ਕੇ ਗਿਆ।
ਹੋਇਆ ਕਿ ਅੱਜ ਜ਼ਿਮੀਂਦਾਰ ਆਇਆ, ਉਸਨੇ ਸਾਧ ਸੰਗਤ ਟਰਾਲੀ ਟਰੈਕਟਰ ਲੈ ਆਂਦਾ, ਲੇਬਰ ਵਾਲੇ ਹੋਰ ਨਾਲ ਲੈ ਆਂਦੇ, ਮਾਰਿਆ ਉਸਨੂੰ ਕੁਹਾੜਾ, ਵੱਢ ਕੇ ਟਰੈਕਟਰ ਦੇ ਵਿੱਚ ਸੁੱਟ ਕੇ ਤੇ ਸਾਧ ਸੰਗਤ ਲੈ ਗਿਆ। ਉਹ ਜਿਹੜਾ ਟੋਇਆ ਜਿਹਾ ਵੀ ਪੁੱਟਿਆ ਸੀ ਜੜਾ, ਉੱਥੇ ਵੀ ਮਿੱਟੀ ਪਾ ਕੇ, ਬਲਕਿ ਇਸ ਤਰ੍ਹਾਂ ਲੱਗੇ ਵੀ ਇੱਥੇ ਕੋਈ ਦਰਖਤ ਹੈ ਹੀ ਨਹੀਂ ਸੀ। ਜਦੋਂ ਸਾਧ ਸੰਗਤ ਸ਼ਾਮ ਨੂੰ ਉਹ ਪੰਛੀ ਵਾਪਸ ਆਇਆ, ਹੈਰਾਨ ਹੋ ਗਿਆ ਕਿ ਇਹ ਕੀ ਹੋ ਗਿਆ, ਇੱਥੇ ਉਹ ਦਰਖਤ ਕਿੱਥੇ ਗਿਆ, ਮੇਰਾ ਆਲਣਾ ਕਿੱਥੇ ਗਿਆ। ਸਾਧ ਸੰਗਤ ਇਸ ਤਰ੍ਹਾਂ ਕਈ ਵਾਰੀ ਸੰਸਾਰ ਦੇ ਵਿੱਚ ਹੁੰਦਾ ਕਿ ਵਾਹਿਗੁਰੂ ਕਈ ਵਾਰੀ ਇਹ ਧਰਤੀ ਨੂੰ ਵੀ, ਸਾਧ ਸੰਗਤ ਕਈ ਬ੍ਰਹਿਮੰਡਾਂ ਖੰਡਾਂ ਨੂੰ ਵੀ ਮੇਟ ਛੱਡਦਾ। ਇਹ ਸਰੀਰ ਦੀ ਤਾਂ ਕੀ ਗੱਲ ਹੈ, ਇਹ ਆਲਣਿਆਂ ਦੀ ਤਾਂ ਕੀ ਗੱਲ ਹੈ। ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ। ਸਾਧ ਸੰਗਤ ਜਿਵੇਂ ਬਿਰਖ ਦਾ ਬਸੇਰਾ ਹੈ ਪੰਛੀ ਦਾ, ਤੈਸਾ ਹੀ ਸੰਸਾਰ ਵਿੱਚ ਸਾਡਾ ਸਾਰਿਆਂ ਦਾ ਵਾਸਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਭਾਈ ਪੰਜ ਤੱਤ ਤੋਂ, ਜਿਵੇਂ ਆਲਣਾ ਕੱਖਾਂ ਤੋਂ ਬਣਿਆ ਹੁੰਦਾ, ਇਹ ਸਰੀਰ ਪੰਜਾਂ ਤੱਤਾਂ ਤੋਂ ਬਣਿਆ, ਬਲਕਿ ਸਾਰਾ ਸੰਸਾਰ ਹੀ ਪੰਜਾਂ ਤੱਤਾਂ ਤੋਂ ਬਣਿਆ। ਇਹ ਸਾਡੇ ਸਰੀਰ ਦੀ ਜੋ ਰਚਨਾ ਹੈ ਨਾ ਸਾਧ ਸੰਗਤ, ਇਹ ਰਚਨਾ ਦੇ ਵਿੱਚ 75-80% ਤੋਂ ਪਾਣੀ ਹੀ ਹੈ ਸਾਧ ਸੰਗਤ। ਬਾਕੀ ਜਿਹੜਾ 20-25% ਕੋਈ ਹੈ ਉਹ ਮਿੱਟੀ ਕਹਿ ਸਕਦੇ ਹਾਂ। ਬਹੁਤੇ ਆਕਾਸ਼ ਦਾ ਤਾਂ ਆਕਾਸ਼ ਦੇ ਵਿੱਚ, ਅਗਨੀ ਦਾ ਅਗਨੀ ਵਿੱਚ ਮਿਲ ਜਾਣਾ। ਜਦੋਂ ਕੋਈ ਸਰੀਰ ਤੋਂ ਚੜ੍ਹਾਈ ਕਰਦਾ, ਕਿਸੇ ਦੀ ਮੌਤ ਹੁੰਦੀ ਤੇ ਅਸੀਂ ਸ਼ਬਦ ਪੜ੍ਹਦੇ ਹਾਂ, ਪਵਣੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤੋਂ ਚਲਤ ਭਇਆ, ਪੰਛੀ ਤਾਂ ਉੱਡ ਗਿਆ, ਮਰਿਆ ਤਾਂ ਕੋਈ ਵੀ ਨਹੀਂ ਹੈ, ਨਾ ਕੋਈ ਮਰਦਾ ਤੇ ਨਾ ਕੋਈ ਮਰਨ ਯੋਗ ਹੈ। ਪੰਜ ਤੱਤ ਪੰਜਾਂ ਤੱਤਾਂ ਚ ਲੀਨ ਹੋ ਜਾਂਦੇ। ਅਸੀਂ ਵੈਸੇ ਹੁਣ ਸਾਧ ਸੰਗਤ ਸੰਸਕਾਰ ਕਰਦੇ ਆ, ਕੋਈ ਫੁੱਲ ਚੁਗ ਲੈਂਦਾ, ਪਰ ਜਿਹੜਾ ਸਾਧ ਸੰਗਤ ਇਲੈਕਟ੍ਰੋਨਿਕ ਸੰਸਕਾਰ ਕਰਦੇ ਆ ਨਾ, ਭੱਠੀਆਂ ਜਿਹੜੀਆਂ ਬਿਜਲੀ ਦੀਆਂ ਬਣੀਆਂ ਕਈ ਸ਼ਮਸ਼ਾਨ ਘਾਟਾਂ 'ਚ ਲੱਗੀਆਂ, ਉੱਥੇ ਜਦੋਂ ਸੰਸਕਾਰ ਕਰਦੇ ਆ ਤੇ ਫਿਰ ਸਾਧ ਸੰਗਤ ਇਸ ਤਰ੍ਹਾਂ ਨਾਲ ਨਹੀਂ, ਹੁਣ ਤਾਂ ਜਦੋਂ ਹੀ ਗਠਲੀ ਬਣਾ ਕੇ ਕੋਈ ਉਹਦੇ 'ਚ ਫੁੱਲ ਪਾ ਲਵੇ ਕੋਈ, ਪਰ ਸਾਧ ਸੰਗਤ ਉਦੋਂ ਬਿਲਕੁਲ ਹੀ ਮਾਨੋ ਕੋਈ 200-400 ਗ੍ਰਾਮ ਹੀ ਬਚਦਾ, ਉਹ ਮਿੱਟੀ ਦਾ ਤੱਤ ਹੀ ਹੁੰਦਾ। ਭਾਵ ਕਹਿਣ ਤੋਂ ਕੀ ਹੈ, ਇਹ ਜਿਹੜਾ 70-80-90 ਕਿਲੋ ਦਾ ਸਰੀਰ ਹੈ ਨਾ, ਇਹ ਸਾਧ ਸੰਗਤ ਵਾਹਿਗੁਰੂ ਜੀ ਨੇ ਰਚਨਾ ਬਣਾਈ ਹੋਈ। ਇਸ ਦੇ ਵਿੱਚ ਜਿਹੜਾ ਅੰਸ਼ ਹੈ, ਕਹੋ ਕਬੀਰੇ ਰਾਮ ਕੀ ਅੰਸ਼, ਜੋ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਹ ਜਿਹੜਾ ਸੂਖਮ ਸਰੀਰ ਜੋਤ ਹੈ ਸਾਧ ਸੰਗਤ, ਉਸ ਦਾ ਕੋਈ ਭਾਰ ਨਹੀਂ, ਉਹ ਕਿਸੇ ਸਕੈਨ 'ਚ ਨਹੀਂ ਆਉਂਦਾ, ਉਸ ਦਾ ਆਉਣ ਜਾਣ ਦਾ ਸਮਾਚਾਰ ਕਿਸੇ ਨੂੰ ਨਹੀਂ ਪ੍ਰਾਪਤ। ਕਦੋਂ ਵਾਹਿਗੁਰੂ ਜੀ ਨੇ ਸਾਡਾ ਜਨਮ ਕੀਤਾ ਹੈ ਸਾਨੂੰ ਨਹੀਂ ਪਤਾ। ਇਹ ਤਾਂ ਅਸੀਂ ਕਹਿੰਦੇ ਨਾ ਫਲਾਨੀ ਸਾਡੀ ਬਰਥ ਡੇਟ ਹੈ, ਪਰ ਸਾਧ ਸੰਗਤ ਉਹ ਤਾਂ ਮਾਂ ਦੇ ਗਰਭ 'ਚੋਂ ਬਾਹਰ ਆਉਣ ਦੀ ਤਰੀਕ ਹੈ। ਪਰ ਵਾਹਿਗੁਰੂ ਜੀ ਨੇ ਕਦੋਂ ਇਹ ਸਰੀਰ ਬਣਾ ਕੇ ਉਹਦੇ ਵਿੱਚ ਸਾਡੀ ਜੋਤ, ਵਾਹਿਗੁਰੂ ਨੇ ਆਪਣੀ ਜੋਤ ਜਦੋਂ ਪਾਈ, ਜਿਹਨੂੰ ਆਤਮਾ ਕਹਿੰਦੇ ਆ, ਉਹ ਕਿਸੇ ਨੂੰ ਸਾਧ ਸੰਗਤ ਤਰੀਕ ਆਪਣੀ ਜਨਮ ਦੀ ਨਹੀਂ ਪਤਾ। ਇਸ ਤਰ੍ਹਾਂ ਦੇ ਨਾਲ ਜਦੋਂ ਮੌਤ ਹੁੰਦੀ, ਉਹ ਵੀ ਸਾਧ ਸੰਗਤ ਕਿਸੇ ਨੂੰ ਨਹੀਂ ਪਤਾ। ਬੜੇ ਬੜੇ ਦੁਨੀਆ ਦੇ ਵੱਡੇ ਕੈਮਰੇ ਆ ਗਏ, ਬੜੀਆਂ ਬੜੀਆਂ ਸਿਕਿਉਰਟੀਆਂ ਆ ਗਈਆਂ, ਪਰ ਸਾਧ ਸੰਗਤ ਉਹ ਕਿਸੇ ਨੂੰ ਨਹੀਂ ਪਤਾ ਕਿ ਜੰਮ ਪਕੜ ਕੇ ਕਦੋਂ ਸਰੀਰ ਦੇ ਵਿੱਚੋਂ ਜਿੰਦ ਨੂੰ ਕੱਢਦੇ ਹਨ। ਪਰ ਮਹਾਰਾਜ ਜੀ ਨੇ ਬਹੁਤ ਕੁਝ ਦੱਸਿਆ ਵੀ ਹੈ ਸਾਨੂੰ। ਸਾਧ ਸੰਗਤ ਜਿਹੜੀ ਜਨਮ ਦੀ ਵੀ ਇੱਕ ਪੀੜ ਹੈ, ਮਰਨ ਦੀ ਵੀ ਇੱਕ ਬਹੁਤ ਵੱਡੀ ਪੀੜ ਹੈ, ਜਿਹਨੂੰ ਅਰਦਾਸ ਰੂਪ ਚ ਮਹਾਰਾਜ ਕਹਿੰਦੇ ਹਨ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਣ ਦਹੇ ਅਰ ਗਰਭ ਬਸੇਰਾ। ਉਹ ਅਗਣ ਦਹੇ ਮਾਂ ਦੇ ਗਰਭ ਦੀ ਗੱਲ ਹੈ। ਤੇ ਸਾਧ ਸੰਗਤ ਕਹਿੰਦੇ ਵਿਦਵਾਨਾਂ ਦੀਆਂ ਖੋਜਾਂ ਹਨ, ਕਹਿ ਲਗੇ ਇੱਕ ਬਿੱਛੂ ਇਸ ਪ੍ਰਕਿਰਤੀ ਦੇ ਵਿੱਚ, ਕੁਦਰਤ ਦੇ ਵਿੱਚ ਬਿੱਛੂ ਨਾਮ ਦਾ ਇੱਕ ਛੋਟਾ ਜਿਹਾ ਜੀਵ ਪਾਇਆ ਜਾਂਦਾ। ਉਹ ਸਾਧ ਸੰਗਤ ਬਹੁਤ ਜ਼ਹਿਰੀਲਾ ਹੁੰਦਾ, ਔਰ ਉਹ ਕਿਸੇ ਨੂੰ ਖੁਦਾ ਨਾ ਖਾਸਤਾ ਲੜ ਜਾਏ ਤਾਂ ਬਹੁਤ ਹੀ ਉਸ ਦੀ ਪੀੜਾ ਹੁੰਦੀ। ਸਾਧ ਸੰਗਤ ਕਹਿੰਦੇ ਜਦੋਂ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੁੰਦਾ ਨਾ, ਤਾਂ ਸਾਧ ਸੰਗਤ ਮਾਨੋ ਸੈਂਕੜੇ ਹੀ ਬਿੱਛੂ ਲੜਦੇ ਹੋਣ, ਇੰਨੀ ਜ਼ਿਆਦੀ ਉਹ ਪਰਸੂਤ ਦੀ ਪੀੜਾ ਕਹੀ ਜਾਂਦੀ। ਇਸ ਤਰ੍ਹਾਂ ਜਦੋਂ ਜਿੰਦ ਨੂੰ ਸਰੀਰ ਦੇ ਵਿੱਚੋਂ ਕੱਢਿਆ ਜਾਂਦਾ ਤੇ ਫਿਰ ਮਾਨੋ ਹਜ਼ਾਰਾਂ ਹੀ ਬਿੱਛੂ ਲੜ ਜਾਣ, ਇੰਨੀ ਪੀੜਾ ਹੁੰਦੀ ਹੈ।
ਜਿਹਨੂੰ ਬਾਣੀ ਨੇ ਲਿਖਿਆ ਹੈ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂ ਕੜਕਾਏ। ਹੱਡਾਂ ਨੂੰ ਕੜਕਾ ਕੇ ਸਾਧ ਸੰਗਤ ਪਹਿਲਾਂ ਕਹਿੰਦੇ, ਚਲੋ ਇਹ ਵਿਸ਼ਾ ਵੱਖਰਾ ਹੈ, ਚਲਦੀ ਵਿਚਾਰ ਵਿੱਚ ਅੱਗੇ ਆ ਗਈ ਗੱਲ। ਕਹਿੰਦੇ ਪੈਰਾਂ ਤੋਂ ਲੈ ਕੇ ਜਮਦੂਤ ਪ੍ਰਾਣਾਂ ਨੂੰ ਕੱਢਣਾ ਸ਼ੁਰੂ ਕਰਦੇ, ਨਾਭੀ ਦੇ ਵਿੱਚ ਪ੍ਰਾਣ ਹੁੰਦੇ, ਆਖਰ ਉੱਥੋਂ ਜਾ ਕੇ ਕੱਢਦੇ ਹਨ। ਤੇ ਇਹ ਬਹੁਤ ਹੀ ਕਠਿਨ ਜਿਹੜੀ ਹੈ, ਪਰ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਸਾਧ ਸੰਗਤ, ਉਹਨਾਂ ਦਾ ਮਰਨਾ ਵੀ ਸੁਹੇਲਾ ਸੌਖਾ ਹੋ ਜਾਂਦਾ। ਜਿਹਨੂੰ ਮਹਾਰਾਜ ਨੇ ਬਾਣੀ 'ਚ ਲਿਖਿਆ ਹੈ ਨਾ, ਕਬੀਰ ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ, ਕਿਸੇ ਨੂੰ ਨਹੀਂ ਪਤਾ ਅੰਤ ਕਿਵੇਂ ਆਉਣਾ। ਆਉਣਾ ਤਾਂ ਸਭ ਦਾ ਹੈ, ਸਭਨਾ ਮਰਨਾ ਆਇਆ, ਵਿਛੋੜਾ ਸਭਨਾਹਾ, ਪਰ ਇਹ ਕਿਸੇ ਨੂੰ ਨਹੀਂ ਪਤਾ ਐਕਸੀਡੈਂਟ ਨਾਲ, ਬਿਮਾਰੀ ਨਾਲ, ਹਾਰਟ ਅਟੈਕ ਨਾਲ, ਜਾਂ ਕਿਸ ਤਰ੍ਹਾਂ ਦੇ ਨਾਲ ਕਿਵੇਂ ਕੀ ਕਹਾਣੀ ਬਣਨੀ, ਉਹ ਕਿਹੜਾ ਸਮਾਂ ਆਉਣਾ, ਇਹ ਤਾਂ ਨਹੀਂ ਪਤਾ। कि कहाँ विसासा इस भांडे का इतनक लागे ठनका। जिवें साध संगत के कच्चे भांडे नूं साध संगत माड़ा जिहा ठिणका लग जाए, चोट लग जाए, मिट्टी दा वो भांडा मिंट विच ही खिलर जांदा, उस नूं किसे फैमीकोल नाल, किसे होर चीज नाल जोड़िया नहीं जा सकदा, आखिर उस नूं किसे बाहर सुटना पैंदा। इस तरह शरीर दा भांडा है, इतना क लागे ठनका, पता नहीं मत के जापे साह आवे के ना आवे राम, हम आदमी है एकदमी, एक दम दा आदमी हा साध संगत। ते साध संगत बेनती कर रहा हा साहब कि वाहिगुरु जी ने किरिया बनाई है, सवास साडे अंदर पाए हन, ते एक भी सवास ना वध ना घट वाहिगुरु जी दे हुक्म दे विच असीं लैणे हन। बेनती जो आरंभ च मैं कीती, साध संगत जो इन्हां चलदे सवासां दे विच वाहिगुरु जी ने साडी जीवन किरिया बनाई है, उस जीवन किरिया नूं असीं सुधारना है, उस जीवन दी किरिया नूं असीं गुरु दे दसे राह ते चलाउणा है। अज गुरु ग्रंथ साहिब महाराज जी दा प्रकाश दिहाड़ा भी है। वो पहला प्रकाश जो 1604 नूं धन गुरु अर्जन देव महाराज सच्चे पातशाह ने कीता, संपादना दिवस भी कह दईए। बाणी गुरु, गुरु है बाणी, विच बाणी अमृत सारे, गुरबाणी कहे सेवक जन माने, प्रतख गुरु निस्तारे। साध संगत महाराज जी ने सानू खजाना दिता है, हम तनवंत भागट सच नाए, हर गुण गावे सह सुभाए, प्यो दादे का खोल डिठा खजाना, ता मेरे मन भया निदाना। साध संगत दुनियावी तौर ते हर बच्चे वास्ते मां प्यो कुछ ना कुछ छड़ जांदा, हो सकदा किसे लिए कोई मां प्यो करजा ही छड़ जावे, पर छड़ तो गया ही है ना, ते हो सकदा किसे लिए करोड़ां दीयां जायदादां छड़ जाण। साध संगत मां प्यो बच्चे लिए बहुत कुछ छड़ जांदा, ते साध संगत असल विच बच्चे वो ने। गुरमुखा ने बेनती की सी मां दे संदर्भ विच भी कुछ गुरमत विचार दी सांझ पाई जावे। साध संगत असल विच बच्चे वो ने, साध संगत जिहड़े मां प्यो नूं प्यार करदे, क्योंकि मां प्यो दा जिहड़ा देण है वो असीं एक जिंदगी तक ही कई जिंदगियां ला के भी नहीं दे सकदे। जिहड़ी मां साध संगत बच्चे नूं 7-8 महीने आपदे पेट दे विच अपने गर्भ दे विच संभालदी है, रखदी है, वो किन्ना कठिन समा हुंदा है। पर कई बारी दुनिया में ऐसा भी समा बन आउंदा कि साध संगत मां प्यो नूं किते साल 2 साल ही संभालना पै जाए ना बच्चियां नूं, ते फिर साध संगत गल्लां करन लग जांदे आ कि असीं तुहानूं संभालदे आ, असीं तुहानूं रखदे आ। कई बारी सारियां पंजे उंगलां इक्को जिहियां नहीं साध संगत, सरवण वर्गे पुत्र भी ने ते साध संगत, पर कई बारी ऐसा हुंदा ते चितारन लग जाणगे, जिन्हें तैनूं इन्ने महीने पेट विच रखिया तूं उसदा देण कित्थों दे सकदा। सर्दी विच जिन्हें तेरी खातर गिले कपड़े अपने करके गिली थां तो चुक के तैनूं सुक्की थां ते पाउंदी रही, बल्कि अपने शरीर ते जिंदगी ते माड़े कपड़े पा के भी समय देख ले, गरीबी कट के भी तेरे वास्ते बहुत कुछ कर लिया। उस मां दा देना साध संगत बच्चे जिहड़े हन नहीं दे सकदे। इस करके बेनती करा, महाराज जी ने साध संगत जदों परमात्मा दे नाल साडे मेल दी गल कीती, साध संगत साडे संबंध दी गल कीती, उत्थे महाराज जी ने कई थावां ते मां ते प्यो दीयां उदाहरणां दित्तियां हन। साध संगत महाराज कहन लगे जैसे कोई बच्चा गलती कर लैंदा है ते साध संगत मां जां प्यो उस नूं झिड़कदा भी है,
ਪਹਿਲਾਂ ਝਿੜਕਦਾ ਹੈ, ਫਿਰ ਉਪਦੇਸ਼ ਦਿੰਦਾ ਹੈ। ਫਿਰ ਹੋ ਸਕਦਾ ਕਿਤੇ ਨਾ ਕਿਤੇ ਉਸ ਨੂੰ ਕੋਈ ਸਾਧ ਸੰਗਤ ਪਨਿਸ਼ਮੈਂਟ ਵੀ ਦੇ ਦੇਵੇ, ਉਸ ਨੂੰ ਕਿਤੇ ਕੋਈ ਚਪੇੜ ਮਾਰ ਦੇਵੇ ਜਾਂ ਸੋਟੀ ਮਾਰ ਦੇਵੇ, ਪਰ ਆਖਰ ਉਸ ਨੂੰ ਬਾਅਦ ਵਿੱਚ ਪੁਚਕਾਰਦੀ ਵੀ ਹੈ ਮਾਂ ਪਿਓ, ਤੇ ਸਾਧ ਸੰਗਤ ਉਸ ਨੂੰ ਪਿਆਰ ਵੀ ਕਰਦੇ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਪੀੜ ਉਸ ਦੇ ਸਰੀਰ ਤੇ ਨਹੀਂ, ਮਾਂ ਪਿਓ ਦੇ ਸਰੀਰ ਤੇ ਹੋਈ ਹੋਵੇ, ਇਸ ਤਰ੍ਹਾਂ ਲੱਗਦਾ ਹੈ। ਸਾਧ ਸੰਗਤ ਜੀਓ, ਜੈਸੇ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਸਾਧ ਸੰਗਤ, ਜਿਸ ਤਰ੍ਹਾਂ ਮਾਂ ਪਿਓ ਬੱਚੇ ਨੂੰ ਉਪਦੇਸ਼ ਵੀ ਦਿੰਦਾ ਹੈ, ਬਖਸ਼ ਵੀ ਦਿੰਦਾ ਹੈ, ਫਿਰ ਅੱਗੇ ਤੋਂ ਉਪਦੇਸ਼ ਵੀ ਕਰ ਦਿੰਦਾ ਹੈ ਵੀ ਭਾਈ ਹੁਣ ਤੂੰ ਗਾਂ ਤੂੰ ਇਹ ਗਲਤੀ ਨਹੀਂ ਕਰਨੀ। ਬਲਕਿ ਮਾਂ ਪਿਓ ਜਿੰਨੇ ਪੜਦੇ ਤਾਂ ਮੈਂ ਕਹਾਂ ਬੱਚਿਆਂ ਤੇ ਕੋਈ ਪਾ ਹੀ ਨਹੀਂ ਸਕਦਾ ਜਿੰਨੇ ਮਾਂ ਪਿਓ ਪਾ ਲੈਂਦਾ। ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਗੁਰੂ ਨੂੰ ਆਪਣਾ ਮਾਂ ਪਿਓ ਜਾਣ ਕੇ ਅਰਦਾਸਾਂ ਕਰਾਂਗੇ, ਰਾਮ ਮਈਆ ਹੋਂ ਬਾਰਕ ਤੇਰਾ, ਕਾਹੇ ਨਾ ਖੰਡਸ ਸਭ ਗੁਣ ਮੇਰਾ, ਕਿਉਂ ਨਹੀਂ ਮੇਰੇ ਔਗਣਾ ਤੇ ਪਰਦਾ ਪਾਉਂਦਾ। ਫਿਰ ਗੁਰੂ ਮਹਾਰਾਜ ਕਿਰਪਾ ਕਰਕੇ ਹਰ ਜੀ ਮਾਤਾ, ਹਰ ਜੀ ਪਿਤਾ ਬਣ ਕੇ ਸਾਧ ਸੰਗਤ ਸਾਡੇ ਔਗਣਾ ਨੂੰ ਢੱਕ ਲੈਂਦਾ ਹੈ। ਸਾਧ ਸੰਗਤ ਤਿੰਨ ਤਰ੍ਹਾਂ ਦੇ ਮਾਂ ਪਿਓ ਲਿਖੇ ਨੇ। ਪਹਿਲਾ ਮਾਂ ਪਿਓ ਜਨਮ ਦੇਣ ਵਾਲਾ, ਪਾਲਣ ਪੋਸ਼ਣ ਕਰਨ ਵਾਲਾ ਹੈ। ਦੂਸਰਾ ਮਾਂ ਪਿਓ ਸਾਧ ਸੰਗਤ ਧਰਮ ਦਾ ਮਾਂ ਪਿਓ ਹੁੰਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਤੇ ਸਾਧ ਸੰਗਤ ਪੰਜ ਪਿਆਰੇ ਸਾਨੂੰ ਕਹਿਣਗੇ ਅੱਜ ਤੋਂ ਮਾਤਾ ਸਾਹਿਬ ਦੇਵਾ ਕੌਰ ਤੁਹਾਡੇ ਮਾਤਾ ਜੀ ਨੇ, ਅੱਜ ਤੋਂ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਪਿਤਾ ਨੇ। ਇਸ ਤਰ੍ਹਾਂ ਸਾਧ ਸੰਗਤ ਪਰਮੇਸ਼ਰ ਵਾਹਿਗੁਰੂ ਜੀ, ਹਰ ਜੀ ਮਾਤਾ, ਹਰ ਜੀ ਪਿਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਓ। ਸਾਧ ਸੰਗਤ ਤੀਸਰਾ ਮਾਂ ਪਿਓ ਪਰਮੇਸ਼ਰ ਹੈ। ਸਾਧ ਸੰਗਤ ਜੀਓ, ਜਿੱਥੇ ਮਾਂ ਪਿਓ ਸੰਸਾਰੀ ਤੌਰ ਤੇ ਇੱਕ ਦਿਨ ਸਭਨਾਂ ਦੇ ਜਾਣੇ ਹਨ। ਮੈਂ ਆਰੰਭ ਚ ਵੀ ਮੰਗਲਾ ਚਰਨ ਪੜਿਆ, ਸ਼ਬਦ ਪੜਿਆ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆ ਜਿਨੀ ਤੂੰ ਜਣਿਓ ਹੈ। ਤੇਰੇ ਮਾਪੇ ਇੱਕ ਦਿਨ ਚਲੇ ਗਏ ਤੇ ਚਲੇ ਸਭ ਦੇ ਜਾਣਾ ਹੈ। ਤੇ ਸਾਧ ਸੰਗਤ ਸਾਨੂੰ ਹੋ ਸਕਦਾ ਆਪਣੇ ਦਾਦੇ ਨਹੀਂ ਤੇ ਪੜਦਾਦੇ ਕੋ ਤੱਕ ਦਾ ਨਾਮ ਪਤਾ ਹੋਵੇ, ਉਸ ਤੋਂ ਅੱਗੇ ਤਾਂ ਅਸੀਂ ਨਾਮ ਹੀ ਭੁੱਲ ਜਾਂਦੇ ਹਾਂ ਕਿ ਉਹ ਕਿੱਥੇ ਰਹਿੰਦੇ ਸਨ, ਉਹਨਾਂ ਦਾ ਨਾਮ ਕੀ ਸੀ। ਉਸ ਤੋਂ ਅਗਲੀਆਂ ਪੁਸਤਾਂ 7-8 ਪੀੜ੍ਹੀਆਂ ਦੀ ਅਸੀਂ ਗੱਲ ਕਰੀਏ ਤੇ ਸਾਨੂੰ ਨਾਂ ਨਹੀਂ ਪਤਾ ਸਾਧ ਸੰਗਤ, ਕਿਉਂਕਿ ਨਾਂ ਤਾਂ ਇੱਕ ਦਿਨ ਮਿਟ ਜਾਣੇ ਹਨ। ਪਰ ਸਾਧ ਸੰਗਤ ਮਾਂ ਪਿਓ ਦੀ ਜਿਹੜੀ ਸਿੱਖਿਆ ਹੁੰਦੀ, ਮਾਂ ਪਿਓ ਦੇ ਜਿਹੜੇ ਸਿਖਾਈਆਂ ਹੋਈਆਂ ਚੰਗੀਆਂ ਗੱਲਾਂ ਹੁੰਦੀਆਂ, ਉਹ ਜ਼ਿੰਦਗੀ ਸਦਾ ਨਾਲ ਰਹਿੰਦੀਆਂ। ਇਸ ਕਰਕੇ ਮਾਂ ਪਿਓ ਦੀ ਸਿੱਖਿਆ ਨੂੰ ਆਪਣੇ ਨਾਲ ਲੈ ਕੇ ਚੱਲਣਾ ਤੇ ਸਮਝ ਲਓ ਮਾਂ ਪਿਓ ਦੀ ਖੁਸ਼ੀ ਪ੍ਰਾਪਤ ਹੈ। ਸਾਧ ਸੰਗਤ ਗੁਰੂ ਨੂੰ ਮਾਂ ਪਿਓ ਲੈ ਕੇ ਚੱਲਣਾ ਜਿਹੜਾ ਕਦੇ ਮਰਦਾ ਨਹੀਂ, ਪਰਮਾਤਮਾ ਕਦੇ ਮਰਦਾ ਨਹੀਂ, ਇਹ ਮਾਂ ਪਿਓ ਸਦਾ ਹੀ ਜਿਉਂਦਾ ਹੈ। ਗੁਸਾਈ ਮਹਿੰਡਾ ਇਠੜਾ, ਅਮ ਅੱਬੇ ਥਾਮੋ ਮਿੱਠੜਾ, ਅਮ ਭਾਵ ਅੰਮੀ, ਅਬ ਤੋਂ ਭਾਵ ਅੱਬਾ, ਭਾਵ ਮਾਂ ਪਿਓ ਤੋਂ ਵੀ ਮਿੱਠਾ ਹੈ, ਮਾਂ ਪਿਓ ਵੀ ਮਿੱਠਾ ਹੈ। ਸਾਧ ਸੰਗਤ ਕਈ ਵਾਰੀ ਅਸੀਂ ਵਿਆਖਿਆ ਕਰਨ ਲੱਗਿਆ ਇਹ ਕਹਿ ਜਾਂਦੇ ਆ ਕਿ ਭਾਈ ਅਸੀਂ ਮੋਹ ਦੇ ਵਿੱਚ ਪਏ ਹੋਏ ਹਾਂ, ਅਸੀਂ ਇਹ ਸਾਰੀ ਮੋਹ ਮਾਇਆ ਮਮਤਾ ਹੈ, ਗੁਰਬਾਣੀ ਦੇ ਅਸੀਂ ਡੁਗਾਈ ਤੱਕ ਨਹੀਂ ਜਾਣਦੇ। ਕਈ ਵਾਰੀ ਕਹਿੰਦੇ ਹਾਂ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ, ਤੇ ਪੰਕਤੀਆਂ ਪੜ੍ਹ ਕੇ ਅਸੀਂ ਸਾਧ ਸੰਗਤ ਆਖੀਏ ਵੀ ਇਹ ਕੁਟੰਬ ਨੇ ਕਿਹੜਾ ਭਾਈ ਨਾਲ ਜਾਣਾ, ਕਿਉਂ ਇਹਦੀ ਖਾਤਰ ਦੌੜਦੇ। ਪਰ ਸਾਧ ਸੰਗਤ ਜਿਹੜੇ ਫਰਜ਼ ਹੁੰਦੇ ਹਨ ਉਹ ਫਰਜ਼ ਸਾਨੂੰ ਸਾਰਿਆਂ ਨੂੰ ਪੂਰੇ ਕਰਨੇ ਚਾਹੀਦੇ। ਵਾਹਿਗੁਰੂ ਜੀ ਨੇ ਗ੍ਰਸਤੀ ਇਹ ਖੇਡ ਇਹ ਸਾਰੀ ਮੋਹ ਦੀ ਬਣਾਈ ਹੋਈ ਆਪ ਹੀ ਹੈ। ਮਹਾਰਾਜ ਇੱਕ ਥਾਂ ਤੇ ਬਾਣੀ ਚ ਕਹਿੰਦੇ ਹਨ, ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮੀਠਾ ਲਾਇਆ। ਵਾਹਿਗੁਰੂ ਤੋਂ ਕੁਰਬਾਨ ਜਾਈਏ ਜਿਨੇ ਸਾਨੂੰ ਇੱਕ ਦੂਜੇ ਨਾਲ ਮੋਹ ਦੇ ਵਿੱਚ ਲਾਇਆ। ਮੋਹ ਸਾਧ ਸੰਗਤ ਵਾਹਿਗੁਰੂ ਜੀ ਨੇ ਪਸ਼ੂ ਪੰਛੀਆਂ ਵਿੱਚ ਵੀ ਪਾਇਆ ਹੈ, ਪਰ ਮਨੁੱਖ ਦੇ ਅੰਦਰ ਖਾਸ ਤੌਰ ਤੇ ਬੇਨਤੀ ਕਰਾਂ, ਮਾਂ ਦੇ ਅੰਦਰ ਜਿਹੜਾ ਮੋਹ ਹੈ ਉਸ ਨੂੰ ਮਮਤਾ ਕਿਹਾ ਜਾਂਦਾ ਹੈ। ਮਮਤਾ ਪਿਆਰ ਤੋਂ ਵੀ ਉੱਤੇ ਦਾ ਲਫ਼ਜ਼ ਹੈ, ਲਾਡ ਜਿਹੜਾ ਹੈ ਇਹ ਉਸ ਤੋਂ ਵੀ ਉੱਤੇ ਦਾ ਲਫ਼ਜ਼ ਹੈ। ਸਾਧ ਸੰਗਤ ਮਮਤਾ ਲਾਡ ਇਹ ਮਾਂ ਲਡਾਉਂਦੀ ਹੈ, ਹੋਰ ਕੋਈ ਦੂਜਾ ਨਹੀਂ। ਮਾਂ ਪਿਓ ਜਿਹੜੇ ਲਾਡ ਲਡਾ ਲੈਂਦਾ ਉਹ ਦੁਨੀਆ ਦੇ ਵਿੱਚ ਕੋਈ ਲਡਾ ਨਹੀਂ ਸਕਦਾ। ਕਹਿੰਦੇ ਅਕਬਰ ਦੀ ਜਦੋਂ ਮਾਂ ਮਰੀ ਰੋਇਆ, ਲੋਕ ਪੁੱਛਣ ਲੱਗੇ ਅਕਬਰ ਕਿਉਂ ਇੰਨਾ ਰੋ ਰਿਹਾ? ਕਹਿਣ ਲੱਗਾ ਦੁਨੀਆ ਮੈਨੂੰ ਬਾਦਸ਼ਾਹ ਕਹਿੰਦੀ, ਦੁਨੀਆ ਮੈਨੂੰ ਸੁਲਤਾਨ ਕਹਿੰਦੀ, ਦੁਨੀਆ ਪਤਾ ਨਹੀਂ ਕਿਹੜੇ ਕਿਹੜੇ ਮੇਰੇ ਨਾਲ ਤਖੱਲਸ ਲਾ ਕੇ ਮੇਰਾ ਸਤਿਕਾਰ ਕਰਦੀ, ਜਿੱਥੋਂ ਦੀ ਮੈਂ ਲੰਘ ਜਾਵਾਂ। ਕਹਿਣ ਲੱਗੇ ਲੋਕ ਖੜੇ ਹੋ ਕੇ ਨਮਸਕਾਰਾਂ ਕਰਦੇ ਆ, ਪਰ ਕਹਿਣ ਲੱਗੇ
इस तरह ना सत्कार नाल नाम लैण वाले तां बहुत हन, पर जेहड़ी मां मैनू अक्कू अक्कू कहण वाली, मैनू दुनिया दे विच किसी ने अक्कू नहीं कहना, अकबर तां सारे ही कहणगे। इस तरह कहण तो भाव यह है कि मां ने कई बारी बड़े छोटे छोटे निकनेम जिन्हों आपां कहने वो रखे हुंदे, और फिर सानू चेते आउंदे कि साडी मां सानू इस तरह नाम लैके चेते करिया करदी सी। साध संगत जिहड़ा आनंद मां दी गोद विच सिर रख के सौण विच है ना, वो दुनिया च किते नहीं है। अज असीं बड़े बड़े घर बना के ये जी सानू सैपरेट हर एक बच्चे का वक्खा वक्खा रूम चाहिए, प्राइवेसी चाहिए है। असल विच उस प्राइवेसी ने साध संगत सानू एक दूजे तो पराया कर दिता। घर भावें छोटा होवे पर साध संगत जिथे एक दूजे नाल प्यार है, जिथे इतफाक है, साध संगत तो छोटे घर नूं भी महाराज ने स्वर्ग लिखिया, पर जिथे प्रेम प्यार ना होवे वो घर जिथे झगड़े पे होण उन्होंने महाराज जी ने नरक लिखिया। साध संगत इस करके जिउंदियां जी मां प्यो की सेवा करनी, सत्कार करना। महाराज नूं कहना पिया कि जीवत पितर ना माने को मोए श्राद्ध कराई, जिउंदियां पितरां की सेवा करनी। साध संगत ते साध संगत जदों कई बारी साध संगत ऐसी भी तर्क भी चल पे अजकल बहुत कहन लगे जदों जी चला ही कोई गया फिर उस दियां बरसियां काहदे लई मनाउणियां, अंतम अरदास एक बारी हो गई फिर वार-वार अरदासां काहदे लई करनियां। असल विच नहीं साध संगत शब्द आपां बहुत बारी पढ़ते हैं कि जिस सिमरत सब किल विख नासे, पितरी होए उधारो, सो हर हर तुम सद ही जापो, जाका अंत ना पारो। जिस वाहिगुरु दा सिमरन करन नाल ऐ भाई तेरा भला होना ते तेरे पितरां दा भी भला होना, भाव कि जिहड़े तेरे वड्डे वडेरे उन्हां दा भी भला होना। साध संगत दुनिया दे विच एक टैलीस्कोपी नाम दी एक चीज है। टैलीस्कोपी की हुंदी? साध संगत हाव भाव, भाव की है मेरे सामने कोई बंदा बैठा, मैं जे उनके बारे पॉजिटिव सोच रहा तो उसनूं पता लग जाना, जे मैं उनके बारे गुस्से नाल नैगेटिव सोच रहा तां भी उसनूं पता लग जाना। ते साध संगत इत्थे ही गल नहीं, साडे तो कोई हज़ारां लखां मील भी दूर भाव विदेशां 'ਚ भी बैठा होवे ते साध संगत असीं उनके बारे सोच लईए ना ते साध संगत उत्थे कई बारी उन्होंने भी एहसास हो जाता। ये ऐसियां वेव्स ने, तरंगा ने जिहड़ियां उत्थे तक पहुंच जांदियां। कई बारी असीं किसी नूं चेते कर रहे हुंदे, उसदा टैलीफोन आ जांदा, असीं कहने भाई हुणे तैनूं चेते कर रहे सी, तेरियां गल्लां कर रहे सी। ये टैलीस्कोपी है साध संगत, ये भाव ने जिहड़े एक दूजे तक सानूं लै जांदे, असीं किसे बारे की सोच रहे हैं। इस तरह साध संगत जदों असीं किसे बारे परमात्मा बारे जां गुरु बारे जां किसे जीवात्मा बारे जदों सोचदे आ, विचारदे आ ते साध संगत वो साडे नाल टैलीस्कोपी जरूर बनती है, ये साडे नाल उसदा नेड़ता जरूर बनती है। ये डरन वाली कोई गल नहीं हुंदी। कई चीज़ां महसूस भी हुंदियां, कई बारी सुपने दे विच हुंदियां, कई बारी कई तरीकिਆਂ ਦੇ ਨਾਲ। खैर पर ਅਸੀਂ ਉਸ ਨੂੰ प्रेत भाव विच नहीं लैके जाना, दूजी गलत वासना वाल नहीं लैके जाना। सो खैर अरदास तां ਅਸੀਂ ਉਹਦੀ यही करते हैं कि वाहिगुरू जिथे भी जीवात्मा जिंदे नाल साडा इन्ने सालां दा संबंध रहा उस नूं वाहिगुरू अपने चरनां दे विच निवास बख्शे। जदों साध संगत गुरु हरगोबिंद साहिब महाराज सच्चे पातशाह अपने माता जी का साध संगत उन्होंने अंतिम क्रिया करनी सी ना, माता गंगा जी की इच्छा सी, कह लगे मेरे पति अर्जन देव साहब महाराज सच्चे पातशाह उन्हों के शरीर नूं जल प्रवाह कर दिता गया सी। तुसीं इतिहास सारे ने पढ़िया सुनिया, गुरु अर्जन देव महाराज नूं तत्तियां तवियां ते बिठा के उस तो बाद रावी के किनारे ते जल प्रवाह कर दिता महाराज का शरीर। कह लगे साडी भी अंतिम इच्छा ये है, साडे शरीर नूं भी जल प्रवाह कर दिओ जी। छेवें पातशाह महाराज साध संगत बाबे बकाले दे नेड़े उदों ब्यास दरिया सी। महाराज जदों मात गंगा जी शरीर दा चोला छड्ड गए तो मात जी दे शरीर नूं साध संगत ओ ब्यासा दे किनारे ते लै गए जल प्रवाह करन वास्ते। बेअंत संगतां सन, गुरसिख नेड़े सेवा कर रहे सन। जदों साध संगत मात गंगा जी नूं उस जल दे विच छड्डण लगे ब्यासा दरिया दे विच तो साध संगत गुरु हरगोबिंद साहिब महाराज दी अखां चों जल वह तुरिया, नीर निकल आया
ਤੇ ਸਾਧ ਸੰਗਤ ਕਈ ਮੇਰੇ ਵਰਗਿਆਂ ਨੇ ਇਸ ਗੱਲ ਤੇ ਸ਼ੰਕਾ ਪ੍ਰਗਟ ਕੀਤਾ ਕਿ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਮੋਹ 'ਚ ਨਹੀਂ ਪੈਣਾ ਚਾਹੀਦਾ। ਮਹਾਰਾਜ ਜੀ ਨੇ ਕਿਸ ਤਰ੍ਹਾਂ ਦੇ ਨਾਲ ਅੱਖਾਂ ਨੂੰ ਨਮ ਕਰ ਲਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਤਰਕ ਦੂਰ ਕੀਤਾ, ਉਹਨਾਂ ਦਾ ਸ਼ੰਕਾ ਦੂਰ ਕੀਤਾ। ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਂ ਜੀ ਦੇ ਹੱਥਾਂ ਵੱਲ ਵੇਖ ਕੇ, ਮਾਤ ਜੀ ਦੇ ਪਾਵਨ ਚਰਨਾਂ ਵੱਲ ਵੇਖ ਕੇ, ਸਰੀਰ ਵੱਲ ਵੇਖ ਕੇ ਕਈ ਯਾਦਾਂ ਤਾਜ਼ੀਆਂ ਹੋ ਗਈਆਂ। ਇਹ ਉਹ ਹੱਥ ਪੈਰ ਹਨ, ਇਹ ਉਹ ਪੈਰ ਹਨ ਜਿਹੜੇ ਕਿਤੇ ਸਾਡੇ ਜਨਮ ਵਾਸਤੇ ਅਰਦਾਸ ਕਰਾਉਣ ਲਈ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਚਵਾਲ ਬੀੜ ਬਾਬਾ ਬੁੱਢਾ ਜੀ ਗਏ ਸਨ। ਇਹ ਉਹ ਹੱਥ ਸਨ ਜਿਹੜੇ ਕਦੇ ਸਾਡੇ ਕੇਸਾਂ ਨੂੰ ਨਿਹਾਰਦੇ ਸਨ, ਸਾਨੂੰ ਇਸ਼ਨਾਨ ਕਰਾਉਂਦੇ ਸਨ। ਇਹ ਉਹ ਸਰੀਰ ਹੈ ਜਿਹੜਾ ਸਾਡੀ ਪਤਾ ਨਹੀਂ ਕਿੰਨੇ ਪ੍ਰਕਾਰ ਨਾਲ ਇਸਨੇ ਸਰੀਰ ਨੇ ਸੰਭਾਲ ਕੀਤੀ। ਅੱਜ ਮਨ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਕੋਈ ਟਾਹਣੀ ਕੱਚੀ ਟੁੱਟ ਕੇ ਉਸ ਦੇ ਵਿੱਚੋਂ ਸਾਧ ਸੰਗਤ ਕੋਈ ਪੱਤਾ ਹੀ ਟੁੱਟ ਜਾਏ, ਉਸ ਦੇ ਵਿੱਚੋਂ ਵੀ ਕੁਝ ਨਾ ਕੁਝ ਨਿਕਲ ਆਉਂਦਾ। ਇਸ ਤਰ੍ਹਾਂ ਸਾਡੀਆਂ ਅੱਖਾਂ ਦੇ ਵਿੱਚੋਂ ਇਹ ਨੀਰ ਨਿਕਲਿਆ, ਵਿਰਾਗ ਨਿਕਲਿਆ ਹੈ। ਸਾਧ ਸੰਗਤ ਇਹ ਮੋਹ ਦਾ ਹੈ, ਇਸ ਨੂੰ ਮਹਾਰਾਜ ਜੀ ਨੇ ਕੋਈ ਹੋਰ ਦੂਜੇ ਪਾਸੇ ਨਹੀਂ ਲਗਿਆ। ਸੋ ਛੇਵੇਂ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਸਮਝਾਇਆ ਕਿ ਮਾਂ ਵਰਗਾ ਪਰਉਪਕਾਰ ਦੁਨੀਆ ਦੇ ਵਿੱਚ ਕੋਈ ਦੂਜਾ ਨਹੀਂ ਕਰ ਸਕਦਾ। ਸਾਧ ਸੰਗਤ ਸਮਾਂ ਨੇੜੇ ਹੈ, ਮੈਂ ਇੱਕ ਦੋ ਘਟਨਾਵਾਂ ਕਹਿ ਕੇ ਫਿਰ ਸਮਾਪਤੀ ਕਰ ਦੇਣੀ। ਸਾਧ ਸੰਗਤ ਪ੍ਰੋਫੈਸਰ ਪੂਰਨ ਸਿੰਘ ਦੇ ਜੀਵਨ ਦੀ ਵੀ ਇੱਕ ਘਟਨਾ ਆਉਂਦੀ ਇਸ ਤਰ੍ਹਾਂ ਦੀ। ਕਹਿਣ ਲੱਗੇ ਪ੍ਰੋਫੈਸਰ ਪੂਰਨ ਸਿੰਘ ਕਹਿਣ ਲੱਗੇ ਉਹ ਸਾਧ ਸੰਗਤ ਬਚਪਨ ਤੋਂ ਮਾਂ ਨੇ ਬੜੇ ਪਿਆਰਾ ਲਾਡਾਂ ਨਾਲ ਪਾਲਿਆ, ਬੜਾ ਸੋਹਣਾ ਉਹਨਾਂ ਨੂੰ ਰੱਖਿਆ। ਪਰ ਇੱਕ ਜੀਵਨ ਦੇ ਵਿੱਚ ਇੱਕ ਐਸਾ ਮੋੜ ਆਇਆ ਕਿ ਸੰਨਿਆਸੀ ਮਤ ਤੋਂ ਪ੍ਰਭਾਵਿਤ ਹੋ ਗਏ, ਸੰਨਿਆਸੀ ਸਾਧੂਆਂ 'ਚ ਜਾ ਕੇ ਰਲ ਗਏ। ਕਈ ਸਾਲ ਘਰੋਂ ਦੂਰ ਰਹੇ, ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕਰ ਰਿਹਾ। ਸਾਧ ਸੰਗਤ ਕਈ ਸਾਲ ਘਰ ਤੋਂ ਦੂਰ ਰਹੇ। ਇੱਕ ਦਿਨ ਮਨ ਵਿੱਚ ਆਇਆ ਚਲੋ ਮਾਂ ਨੂੰ ਮਿਲ ਆਵਾਂ। ਜਦੋਂ ਮਾਂ ਦੇ ਕੋਲ ਆਏ ਤੇ ਸਾਧ ਸੰਗਤ ਪ੍ਰੋਫੈਸਰ ਪੂਰਨ ਸਿੰਘ ਦੀ ਮਾਂ ਰੋਣ ਲੱਗ ਪਈ। ਕਹਿਣ ਲੱਗੇ, ਮਾਂ ਮੈਂ ਤਾਂ ਸੰਨਿਆਸੀ ਬਣ ਗਿਆ, ਤੂੰ ਰੋਈ ਜਾ, ਤੂੰ ਕਿੰਨੇ ਅਥਰੂ ਕੇਰ ਲੈ, ਪਰ ਮੇਰੇ ਤੇ ਕੋਈ ਅਸਰ ਨਹੀਂ, ਮੇਰੀ ਅੱਖ 'ਚੋਂ ਇੱਕ ਵੀ ਅਥਰੂ ਨਹੀਂ ਡਿੱਗੇਗਾ। ਉਹ ਕਹਿਣ ਲੱਗੀ, ਮੈਂ ਰੋਂਦੀ ਇਸ ਕਰਕੇ ਨਹੀਂ ਕਿ ਤੂੰ ਮੈਨੂੰ ਇੰਨੇ ਚਿਰ ਬਾਅਦ ਮਿਲਿਆ, ਰੋਂਦੀ ਤਾਂ ਮੈਂ ਇਸ ਕਰਕੇ ਆ ਤੂੰ ਸੰਨਿਆਸੀ ਮਤ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਰੀਰ ਤੋਂ ਕੇਸਾਂ ਦੀ ਬੇਅਦਬੀ ਕਰ ਲਈ ਹੈ, ਤੂੰ ਕੇਸ ਕਤਲ ਕਰਾ ਦਿੱਤੇ ਹੈ। ਰੋਂਦੀ ਤਾਂ ਮੈਂ ਗੁਰੂ ਨਾਨਕ ਦੇ ਅੱਗੇ ਆ ਕਿ ਸੱਚੇ ਪਾਤਸ਼ਾਹ ਮੇਰੇ ਤੋਂ ਕਿਹੜੀ ਗਲਤੀ ਹੋ ਗਈ, ਜਪਜੀ ਸਾਹਿਬ ਦੇ ਵਿੱਚ ਕੋਈ ਤਰੁੱਟੀ ਸੀ ਜਾਂ ਮੇਰੇ ਸਿਮਰਨ ਦੇ ਵਿੱਚ ਕੋਈ ਤਰੁੱਟੀ ਸੀ। ਇਹੋ ਜਿਹੀਆਂ ਜਦੋਂ ਗੱਲਾਂ ਕਹੀਆਂ ਬੜੀ ਚੋਟ ਵੱਜੀ। ਤੇ ਸਾਧ ਸੰਗਤ ਫਿਰ ਜੀਵਨ ਦੇ ਵਿੱਚ ਇੱਕ ਘਟਨਾ ਵਾਪਰੀ। ਸਾਧ ਸੰਗਤ ਭਾਈ ਵੀਰ ਸਿੰਘ ਨਾਲ ਉਹਨਾਂ ਦਾ ਮੇਲ ਹੋਇਆ ਇੱਕ ਥਾਂ ਤੇ ਭਾਈ ਵੀਰ ਸਿੰਘ ਨੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਫੇਰਿਆ। ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਕਹਿਣ ਲੱਗੇ ਤਾਜ ਕਿੱਥੇ ਹੈ, ਤੇਰੇ ਸਿਰ ਦੇ ਉੱਤੇ ਬਖਸ਼ਿਸ਼ਾਂ ਕਿੱਥੇ ਗਈਆਂ ਜਿਹੜੀਆਂ ਕਦੇ ਮੈਂ ਪਹਿਲਾਂ ਤੇਰੇ ਤੇ ਵੇਖੀਆਂ ਸੀ। ਐਸੀ ਚੋਟ ਵੱਜੀ। ਫਿਰ ਸਾਧ ਸੰਗਤ ਮਾਂ ਦੇ ਕੋਲ ਆ ਕੇ ਰੋਏ ਤੇ ਗੁਰਸਿੱਖੀ ਦੇ ਵਿੱਚ ਆ ਗਏ। ਮੇਰੀ ਇਹ ਗੱਲ ਕਹਿਣ ਤੋਂ ਭਾਵ ਇਹ ਹੈ ਕਿ ਸਾਧ ਸੰਗਤ ਜੇ ਘਰ ਵਿੱਚ ਸਿੱਖੀ ਹੋਵੇ ਤੇ ਮਾਂ ਪਿਓ ਬਹੁਤ ਖੁਸ਼ ਹੁੰਦਾ ਹੈ। ਇਸ ਪਰਿਵਾਰ ਦੇ ਵਿੱਚ ਗੁਰਸਿੱਖੀ ਹੈ। ਸਾਧ ਸੰਗਤ ਬੱਚਿਆਂ ਤੇ ਗੁਰੂ ਸਾਹਿਬ ਦੀ ਕਿਰਪਾ ਹੈ, ਬੱਚੇ ਗੁਰੂ ਘਰ ਨਾਲ ਜੁੜੇ ਹੋਏ ਹਨ। ਮਾਂ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਮਾਂ ਬੱਚਿਆਂ ਨੂੰ ਗੁਰੂ ਘਰ ਨਾਲ ਜੋੜ ਦੇਵੇ, ਚੰਗੇ ਸੰਸਕਾਰ ਦੇ ਦੇਵੇ। ਸਾਧ ਸੰਗਤ ਫਿਰ ਉਹ ਮਾਂ ਦੀ ਆਤਮਾ ਨੂੰ ਵੀ ਸ਼ਾਂਤੀ ਹੈ। ਭਾਵੇਂ ਸਾਧ ਸੰਗਤ ਸਰੀਰਕ ਤੌਰ ਤੇ ਅਸੀਂ ਕਹਿ ਦਿੰਦੇ ਆ ਕਿ ਉਹਨਾਂ ਦਾ ਵਿਛੋੜਾ ਜਿਹੜਾ ਸਹਿਆ ਨਹੀਂ ਜਾਂਦਾ, ਉਹ ਸਾਧ ਸੰਗਤ ਪਰ ਅਸਲ ਤੌਰ ਤੇ ਉਹ ਜਿਹੜੀ ਮਾਂ, ਉਹ ਜਿਹੜੀ ਆਤਮਾ ਸੰਸਾਰ ਤੋਂ ਚਲੀ ਗਈ ਹੈ, ਉਹਨੂੰ ਸ਼ਾਂਤੀ ਹੈ ਜੇ ਸੰਸਕਾਰ ਚੰਗੇ ਹਨ, ਜੇ ਪਰਿਵਾਰ ਦੇ ਵਿੱਚ ਇਤਫਾਕ। ਮੈਂ ਪਹਿਲਾਂ ਬੇਨਤੀ ਕੀਤੀ ਤੇ ਪਰਿਵਾਰ ਸਵਰਗ ਹੈ, ਚੜ੍ਹਦੀ ਕਲਾ ਦੇ ਵਿੱਚ ਹੈ। ਸੋ ਸਾਧ ਸੰਗਤ ਇਸ ਸੰਸਾਰ ਦੇ ਵਿੱਚ ਇਹ ਜਿਹੜੇ ਰਿਸ਼ਤੇ ਹਨ, ਇਹ ਫਰਜ਼ ਜਿਹੜੇ ਹਨ, ਇਹ ਅਸੀਂ ਨਿਭਾਉਣੇ ਹਨ। ਜੀਵਤ ਪਿਤਰਾਂ ਦੀ ਭਾਵ ਮਾਂ ਪਿਓ ਦੀ ਸੇਵਾ ਕਰਨੀ। ਜੇ ਤੁਸੀਂ ਘਰ ਬਜ਼ੁਰਗ ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਮੈਂ ਬੇਨਤੀ ਕਰਾਂ ਤੇ ਗੁਰੂ ਘਰ ਜਾ ਕੇ ਜੋੜੇ ਝਾੜੀ ਜਾਓ, ਗੁਰੂ ਘਰ ਜਾ ਕੇ ਝਾੜੂ ਮਾਰੀ ਜਾਓ, ਗੁਰੂ ਘਰ ਜਾ ਕੇ ਜਿੰਨੀ ਮਰਜ਼ੀ ਸੇਵਾ ਕਰੀ ਜਾਓ। ਸਾਧ ਸੰਗਤ ਤੋਂ ਕੀਤੀ ਹੋਈ ਸੇਵਾ ਵੀ ਮਾਫ ਕਰਨਾ। ਕਿਤੇ ਮੈਨੂੰ ਕਹਿਣਾ ਪਏਗਾ, ਕਈ ਸਾਖੀਆਂ ਵੀ ਆਉਂਦੀਆਂ, ਚਲੋ ਸਮਾਂ ਨਹੀਂ ਹੈ ਕਿ ਸਾਧ ਸੰਗਤ ਗੁਰੂ ਸਾਹਿਬ
ਸਾਹਿਬ ਨੇ ਵੀ ਕਹਿ ਦਿੱਤਾ ਸੀ ਕਿ ਜੇ ਤੂੰ ਘਰ ਮਾਂ ਪਿਓ ਦੀ ਸੇਵਾ ਨਹੀਂ ਕੀਤੀ ਤੇ ਗੁਰੂ ਘਰ ਆ ਕੇ ਤੇਰੀ ਸੇਵਾ ਨਹੀਂ ਪ੍ਰਵਾਨ ਹੋਣੀ। ਭਾਈ ਗੁਰਦਾਸ ਸਾਹਿਬ ਨੇ ਵੀ ਲਿਖ ਦਿੱਤਾ, ਕੋਈ ਤੀਰਥਾਂ ਤੇ ਜਾ ਕੇ ਨਹਾਉਂਦਾ ਫਿਰੇ, ਕੋਈ ਪੁੰਨੇ ਪੁੰਨ ਦਾਨ ਕਰਦਾ ਫਿਰੇ, ਤੇ ਜੇ ਮਾਂ ਪਿਓ ਦਾ ਆਗਿਆਕਾਰੀ ਨਹੀਂ ਹੈ ਤੇ ਉਹ ਸਾਰਾ ਹੀ ਨਿਫਲ ਹੈ। ਸਾਧ ਸੰਗਤ ਸੇਵਾ ਇਹ ਨਹੀਂ ਹੁੰਦੀ ਕਿ ਅਸੀਂ 2 ਜੋੜੀਆਂ ਕੱਪੜੇ ਲੈ ਕੇ ਦੇ ਦਿੱਤੇ, ਅਸੀਂ 2 ਜੋੜੀਆਂ ਸਾਧ ਸੰਗਤ ਉਹਨਾਂ ਨੂੰ ਪੈਰਾਂ 'ਚ ਪਾਉਣ ਵਾਸਤੇ ਕੋਈ ਜੁੱਤੀ ਲੈ ਦਿੱਤੀ। ਆਗਿਆਕਾਰੀ ਤੋਂ ਭਾਵ ਹੁੰਦਾ ਕਿ ਉਹਨਾਂ ਦੀ ਬਚਨ ਵੀ ਮੰਨਣਾ, ਉਹਨਾਂ ਦੇ ਕਹਿ ਤੇ ਵੀ ਚੱਲਣਾ। ਜਦੋਂ ਅਸੀਂ ਮਾਂ ਪਿਓ ਦਾ ਸਤਿਕਾਰ ਇਹੀ ਹੈ ਸਾਧ ਸੰਗਤ, ਜੇ ਅਸੀਂ ਗੁਰੂ ਦਾ ਸਤਿਕਾਰ ਵੇਖੋ ਅਸੀਂ ਕਰਦੇ, ਅਸੀਂ ਸੋਹਣੇ ਰੁਮਾਲੇ ਦੇਈ ਚੱਲੀਏ, ਅਸੀਂ ਹੋਰ ਬਹੁਤ ਕੁਝ ਦੇਈ ਚੱਲੀਏ, ਪਰ ਜੇ ਅਸੀਂ ਗੁਰੂ ਦੀ ਗੱਲ ਹੀ ਨਹੀਂ ਮੰਨਣੀ ਤੇ ਫਿਰ ਸਾਡਾ ਸੀਸ ਨਵਾਇਆ ਵੀ ਕਿਆ ਕਰੇਗਾ। ਇਸ ਤਰ੍ਹਾਂ ਦੇ ਨਾਲ ਜੇ ਮਾਂ ਪਿਓ ਨੂੰ ਕੇਵਲ ਮੱਥਾ ਟੇਕਣਾ, ਚੀਜ਼ਾਂ ਭੇਟਾਂ ਕਰ ਦੇਣੀਆਂ, ਹੋਰ ਲੋੜਾਂ ਪੂਰੀਆਂ ਕਰ ਦੇਣੀਆਂ, ਵੈਸੇ ਤਾਂ ਅੱਜ ਕੱਲ੍ਹ ਦੇ ਬੱਚੇ ਮਾਫ ਕਰਨਾ ਇਸ ਗੱਲ ਤੋਂ ਵੀ ਪਿੱਛੇ ਹਟਦੇ ਜਾਂਦੇ। ਬਹੁਤ ਸਾਰੇ ਅਨਾਥ ਆਸ਼ਰਮ ਵੀ ਬਣ ਚੁੱਕੇ ਸਾਧ ਸੰਗਤ ਦੇ ਪੰਜਾਬ ਦੀ ਧਰਤੀ ਤੇ। ਦੁਖਦਾਈ ਗੱਲਾਂ ਹਨ। ਸਾਡੇ ਨੇੜੇ ਹੀ ਸਾਧ ਸੰਗਤ ਇੱਥੇ ਚਲੇ ਜਾਓ ਤੇ ਸਾਧ ਸੰਗਤ ਇੱਥੇ ਮਨੁੱਖਤਾ ਦੀ ਸੇਵਾ ਵਾਲਾ ਇੱਕ ਬਣਿਆ ਹੋਇਆ ਸੰਸਥਾ, ਉੱਥੇ ਮੈਂ ਕਈ ਵਾਰੀ ਜਾਂਦਾ ਰਹਿਣਾ, ਦੇਖਦਾ ਤੇ ਉਹਨਾਂ ਬਜ਼ੁਰਗਾਂ ਦੀਆਂ ਘਟਨਾਵਾਂ, ਉਹਨਾਂ ਦੇ ਬਾਰੇ ਸੁਣਦਾ ਪੜ੍ਹਦਾ ਤੇ ਵਿਰਾਗ ਪੈਦਾ ਹੋ ਜਾਂਦਾ ਕਿ ਸਮਾਜ ਕਿੱਥੋਂ ਤੱਕ ਗਰਕ ਗਿਆ। ਪਰ ਖੈਰ, ਮੈਂ ਆਰੰਭ 'ਚ ਵੀ ਪਹਿਲਾਂ ਵੀ ਬਚਨ ਕੀਤਾ, ਪੰਜੇ ਉਂਗਲਾਂ ਇੱਕੋ ਜਿਹੀਆਂ ਵੀ ਨਹੀਂ ਹੁੰਦੀਆਂ। ਸਾਧ ਸੰਗਤ ਫਰਜ਼ ਅਸੀਂ ਸਮਾਜਿਕ ਤੌਰ ਤੇ ਵੀ ਆਪਣਾ ਜੀਵਨ ਵਧੀਆ ਰੱਖਣਾ, ਮਾਂ ਪਿਓ ਦੀ ਸੇਵਾ ਕਰਨੀ ਤੇ ਸਾਧ ਸੰਗਤ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਹੁਕਮ ਨੂੰ ਵੀ ਮੰਨਣਾ, ਉਹਨਾਂ ਦੀ ਸਿੱਖਿਆ ਦੇ ਅਨੁਸਾਰ ਵੀ ਚੱਲਣਾ। ਮਾਂ ਪਿਓ ਦੀ ਸੇਵਾ ਜਿਹੜੀ ਹੈ ਉਹ ਸਭ ਤੋਂ ਵੱਡੀ ਸੇਵਾ ਹੈ। ਸਾਧ ਸੰਗਤ ਬੇਨਤੀ ਕਰ ਰਿਹਾ ਸਾਹਿਬ ਕਿ ਸਾਧ ਸੰਗਤ ਮਾਂ ਪਿਓ ਦਾ ਕਰਜ਼ ਅਸੀਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ, ਪਰ ਕੁਝ ਫਰਜ਼ ਨਿਭਾਉਣੇ ਹੁੰਦੇ ਹਨ ਜਿਹੜੇ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੇ ਹਨ। ਸਾਧ ਸੰਗਤ ਜਦੋਂ ਇੱਕ ਬੱਚਾ ਜਨਮ ਲੈਂਦਾ ਉਦੋਂ ਉਹ ਮਾਂ ਦੀ ਗੋਦ ਵਿੱਚ ਹੁੰਦਾ, ਪਰ ਸਾਧ ਸੰਗਤ ਜਦੋਂ ਇੱਕ ਮਾਂ ਸਾਧ ਸੰਗਤ ਦੇ ਸੰਸਾਰ ਤੋਂ ਜਾਂਦੀ ਹੈ, ਜੇ ਕਿਤੇ ਉਦੋਂ ਉਸ ਦਾ ਸਿਰ ਆਪਣੇ ਪੁੱਤਰ ਦੀ ਗੋਦ ਵਿੱਚ ਹੋਵੇ, ਅਖੀਰਲੇ ਸਵਾਸ ਕਿਤੇ ਉਸ ਦੇ ਆਪਣੇ ਪੁੱਤਰ ਦੀ, ਸਾਧ ਸੰਗਤ ਆਪਣੇ ਪੁੱਤ ਧੀ ਦੀ, ਸੰਤਾਨ ਦੀ ਕਿਤੇ ਗੋਦ ਵਿੱਚ ਨਿਕਲ ਤੇ ਸਾਧ ਸੰਗਤ ਉਸ ਨੂੰ ਬੜਾ ਹੀ ਸਕੂਨ ਵੇਖੋ ਮਿਲਦਾ ਹੈ। ਭਾਵੇਂ ਮੈਂ ਬੇਨਤੀ ਕੀਤੀ ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ, ਪਰ ਇੱਕ ਉਸ ਨੂੰ ਤਸੱਲੀ ਹੁੰਦੀ ਹੈ ਕਿ ਮੇਰਾ ਅੱਗੇ ਫੁਲਵਾੜੀ ਜਿਹੜੀ ਹੈ ਇਹ ਵਾਹਿਗੁਰੂ ਦੀ ਕਿਰਪਾ ਨਾਲ ਹੈ। ਤੇ ਸਾਧ ਸੰਗਤ ਜਿਹੜੀ ਮਾਂ ਪਿਓ ਦੀ ਅਸੀਸ ਹੈ, ਅਰਦਾਸ ਹੈ ਨਾ ਸਾਧ ਸੰਗਤ, ਇਹ ਵੇਖੋ ਅਸੀਂ ਸ਼ਬਦ ਪੜ੍ਹਦੇ, ਮੈਂ ਪਹਿਲਾਂ ਵੀ ਕੋਈ ਪੰਕਤੀਆਂ ਪੜ੍ਹ ਲਈਆਂ ਕਿ ਜਿਸ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਦਾਰੋ, ਉਹਦੇ ਚ ਮਹਾਰਾਜ ਅਸੀਸ ਦਿੰਦੇ ਆ। ਪੁੱਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਮਾਂ ਦੀ ਅਸੀਸ ਨੂੰ ਕਿੰਨੀ ਮਹਾਰਾਜ ਨੇ ਮਹਾਨਤਾ ਦਿੱਤੀ। ਤੇ ਸਾਧ ਸੰਗਤ ਮਾਂ ਦੀ ਅਰਦਾਸ, ਵੈਸੇ ਤਾਂ ਮਾਂ ਪਿਓ ਕਿਸੇ ਨੂੰ ਬਦਦੁਆ ਛੇਤੀ ਤੱਕ ਦਿੰਦਾ ਨਹੀਂ, ਪਰ ਜੇ ਕਿਤੇ ਸਾਧ ਸੰਗਤ ਉਸ ਨੂੰ ਬਹੁਤ ਹੀ ਜ਼ਿਆਦਾ ਦੁਖੀ ਕਰ ਦਈਏ ਫਿਰ ਉਹ ਬੱਚੇ ਸਾਧ ਸੰਗਤ ਤਰੱਕੀ ਨਹੀਂ ਕਰ ਸਕਦੇ। ਬੇਨਤੀ ਕਰਾਂ, ਅਸੀਂ ਕਹਾਂਗੇ ਜੀ ਉਹ ਤਾਂ ਤਰੱਕੀ ਬਹੁਤ ਕਰ ਗਏ, ਉਹ ਤਰੱਕੀ ਕਾਹਦੀ ਹੈ? ਅਖੀਰ ਸਾਧ ਸੰਗਤ ਉਹਦੇ ਵਿੱਚੋਂ ਕੋਈ ਨਾ ਕੋਈ ਦੁੱਖ ਪੈਦਾ ਹੋ ਜਾਂਦਾ, ਪਰ ਮਾਂ ਪਿਓ ਦੀਆਂ ਅਸੀਸਾਂ ਨਾਲ ਹੀ ਸਾਧ ਸੰਗਤ ਜ਼ਿੰਦਗੀ ਦੇ ਵਿੱਚ ਤਰੱਕੀਆਂ ਦੀਆਂ, ਕਾਮਯਾਬੀ ਦੀਆਂ ਪੌੜੀਆਂ ਜਿਹੜੀਆਂ ਮੰਜ਼ਲਾਂ ਹਨ ਉਹ ਪ੍ਰਾਪਤ ਹੁੰਦੀਆਂ ਹਨ। ਇਸ ਕਰਕੇ ਇਹ ਜਿਹੜੀ ਅਸੀਸ ਹੈ, ਉਹ ਜਿਹੜੀ ਦੁਆ ਮਾਂ ਰੋਜ਼ ਕਰਦੀ ਹੈ, ਮਾਂ ਰੋਜ਼ ਕਰਦੀ ਹੈ। ਸਾਧ ਸੰਗਤ ਉਹਦੇ ਨਾਲ ਪਤਾ ਨਹੀਂ ਲੋਕ ਪਰਲੋਕ ਦਾ ਕੀ ਕੁਝ ਮਿਲ ਜਾਣਾ। ਸਾਧ ਸੰਗਤ ਮੁਹੰਮਦ ਸਾਹਿਬ ਦੇ ਜੀਵਨ ਦੀ ਇੱਕ ਘਟਨਾ ਕਵਾਂ, ਕਹਿਣ ਲੱਗੇ ਮੁਹੰਮਦ ਸਾਹਿਬ ਦੇ ਜੀਵਨ ਦੀ ਇੱਕ ਘਟਨਾ ਆਉਂਦੀ, ਕਹਿਣ ਲੱਗੇ ਉਹਨਾਂ ਨੇ ਇੰਨੀ ਬੰਦਗੀ ਕੀਤੀ, ਇੰਨੀ ਬੰਦਗੀ ਕੀਤੀ, ਉਹਨਾਂ ਨੂੰ ਦਰਗਾਹ ਦੇ ਵਿੱਚੋਂ ਇੱਕ ਆਵਾਜ਼ ਆਈ, ਕਹਿਣ ਲੱਗੇ ਤੁਹਾਡੇ ਵਾਸਤੇ ਉੱਤੇ ਖੁਦਾ ਦੇ ਘਰ ਦੇ ਵਿੱਚ ਕਹਿਣ ਲੱਗੇ ਇੱਕ ਮਹਿਲ ਬਣ ਰਿਹਾ। ਕਹਿਣ ਲੱਗੇ ਜੀ ਮੇਰੇ ਲਈ ਮਹਿਲ ਬਣ ਰਿਹਾ? ਕਹਿਣ ਲੱਗੇ ਜੀ ਹਾਂ। ਕਹਿਣ ਲੱਗੇ ਮੈਂ ਉਹ ਮਹਿਲ ਦੇ ਦਰਸ਼ਨ ਕਰਨਾ ਚਾਹਣਾ। ਕਹਿਣ ਲੱਗੇ ਜੀ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਉਹ ਮਹਿਲ ਦੇ ਦਰਸ਼ਨ ਕਰਾਏ ਗਏ। ਮਹਿਲ ਦੇ ਦਰਸ਼ਨ ਕਰਾਏ ਗਏ। ਜਦੋਂ ਉਹਨਾਂ ਨੇ ਦੇਖਿਆ ਬੜੇ ਹੈਰਾਨ ਹੋਏ, ਇੰਨਾ ਸੁੰਦਰ ਮੇਰੇ ਵਾਸਤੇ ਪਰਲੋਕ ਦੇ ਵਿੱਚ, ਦਰਗਾਹ ਦੇ ਵਿੱਚ ਇਹੋ ਜਿਹਾ ਮਹਿਲ ਬਣ ਰਿਹਾ। ਕਹਿਣ ਲੱਗੇ ਉਹਨਾਂ ਦੀ ਨਿਗਾਹ ਗਈ ਤੇ ਇੱਕ ਮਹਿਲ ਹੋਰ ਬਣ ਰਿਹਾ ਸੀ। ਦੇਖਿਆ ਤੇ ਪੁੱਛਿਆ ਵੀ ਇਹ ਮਹਿਲ ਕਾਹਦਾ ਬਣ ਰਿਹਾ, ਇਹ ਘਰ ਕਿਹਦੇ ਵਾਸਤੇ ਬਣ ਰਿਹਾ?
ਕਹਿਣ ਲੱਗੇ, ਪੁੱਛਣ ਤੇ ਦੱਸਿਆ, ਕਹਿਣ ਲੱਗੇ ਜੀ ਇੱਕ ਕਸਾਈਆਂ ਦਾ ਲੜਕਾ ਹੈ, ਇਹ ਮਹਿਲ ਉਸ ਵਾਸਤੇ ਬਣ ਰਿਹਾ। ਕਹਿਣ ਲੱਗੇ ਉਹ ਕਸਾਈਆਂ ਦੇ ਲੜਕੇ ਵਾਸਤੇ ਕਾਹਦਾ ਮਹਿਲ ਬਣ ਰਿਹਾ? ਕਹਿਣ ਲੱਗੇ ਤੁਸੀਂ ਇਹ ਧਰਤੀ ਤੇ ਜਾ ਕੇ ਉਸ ਤੋਂ ਪਤਾ ਕਰੋ। ਜਦੋਂ ਉਹਨੂੰ ਜਾ ਕੇ ਪੁੱਛਿਆ ਵੀ ਭਾਈ ਤੂੰ ਕਿੰਨੀ ਕੁ ਬੰਦਗੀ ਕਰਦਾ ਹੈ, ਤੂੰ ਕਿੰਨਾ ਕੁ ਨਾਮ ਜਪਦਾ? ਉਹ ਕਹਿੰਦਾ ਜੀ ਮੈਂ ਤਾਂ ਨਾਮ ਜਪਦਾ ਹੀ ਨਹੀਂ, ਮੈਂ ਤਾਂ ਬੰਦਗੀ ਨਹੀਂ ਕਰਦਾ। ਫਿਰ ਹੈਰਾਨ ਹੋਏ, ਇਹ ਤੇਰੇ ਵਾਸਤੇ ਖੁਦਾ ਦੀ ਦਰਗਾਹ ਵਿੱਚ ਐਸਾ ਮਹਿਲ ਕਿਉਂ ਬਣ ਰਿਹਾ? ਫਿਰ ਜਾ ਕੇ ਪੁੱਛਿਆ, ਕਹਿਣ ਲੱਗੇ ਅਸਲ ਵਿੱਚ ਇਸ ਕੋਲ ਸਮਾਂ ਨਹੀਂ ਹੈ, ਕਿਰਤ ਵੀ ਭਾਵੇਂ ਇਸ ਦੀ ਬਹੁਤ ਮਾੜੀ ਹੈ, ਪਰ ਕਹਿਣ ਲੱਗੇ ਇਸ ਦੀ ਨੀਅਤ ਬੜੀ ਸਾਫ਼ ਹੈ। ਕਹਿਣ ਲੱਗੇ ਇਸ ਦੀ ਮਾਂ ਤੇ ਪਿਓ ਦੋਨੇ ਹੀ ਬਲਾਈਂਡ ਅੰਨੇ ਹਨ, ਦਿਖਦਾ ਨਹੀਂ ਅੱਖਾਂ ਤੋਂ, ਪਰ ਇਹ ਉਹਨਾਂ ਦੀ ਸੇਵਾ ਬਹੁਤ ਕਰਦਾ ਹੈ। ਜਦੋਂ ਉਹਨਾਂ ਦੀ ਸੇਵਾ ਕਰਦਾ ਹੈ, ਇਸ ਦੀ ਮਾਂ ਰੋਜ਼ ਅਰਦਾਸ ਕਰਦੀ ਹੈ ਕਿ ਐ ਖੁਦਾ, ਜੈਸੀ ਥਾਂ ਤੂੰ ਹਜ਼ਰਤ ਨੂੰ ਦਰਗਾਹ ਦੇ ਵਿੱਚ ਦੇਣੀ, ਮੇਰੇ ਪੁੱਤਰ ਨੂੰ ਵੀ ਉਹੋ ਜਿਹੀ ਥਾਂ ਦਰਗਾਹ ਦੇ ਵਿੱਚ ਦੇਵੀਂ। ਕਹਿਣ ਲੱਗੇ ਉਹ ਮਾਂ ਦੀਆਂ ਰੋਜ਼ ਦੀਆਂ ਅਰਦਾਸਾਂ ਜਿਹੜੀਆਂ ਹਨ ਉਹਨਾਂ ਨੂੰ ਮੈਂ ਟਾਲ ਨਹੀਂ ਸਕਦਾ। ਉਹ ਅਰਦਾਸਾਂ ਮਾਂ ਦੀਆਂ ਕਬੂਲ ਹੋਈਆਂ ਤੇ ਵੇਖੋ ਇੱਕ ਇੰਨਾ ਬੰਦਗੀ ਕਰਨ ਵਾਲਾ, ਇੱਕ ਮਾਂ ਪਿਓ ਦੀ ਸੇਵਾ ਕਰਨ ਵਾਲਾ, ਕਹਿਣ ਲੱਗੇ ਉਹਨਾਂ ਦੇ ਵਾਸਤੇ ਦਰਗਾਹ ਦੇ ਵਿੱਚ ਐਸਾ ਮਹਿਲ ਬਣ ਗਿਆ। ਸੋ ਕਹਿਣ ਤੋਂ ਭਾਵ ਹੈ ਕਿ ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ੍ਹਾਂ ਨੇ ਸੇਵਾ ਕੀਤੀ। ਜਦੋਂ ਅਸੀਂ ਬਚਨ ਪੜ੍ਹਦੇ ਆ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ, ਕਹੋ ਨਾਨਕ ਬਾਹ ਲੜਾਈਏ। ਮਾਂ ਪਿਓ ਦੀ ਵੀ ਸੇਵਾ ਹੈ, ਖਲਕਤ ਦੀ ਸੇਵਾ ਹੈ, ਸਮਾਜ ਦੀ ਸੇਵਾ ਹੈ, ਸੰਗਤ ਦੀ ਸੇਵਾ ਹੈ, ਗੁਰ ਸਿੱਖਾਂ ਦੀ ਸੇਵਾ, ਸਭ ਤੋਂ ਉੱਤਮ ਗੁਰੂ ਕੀ ਸੇਵਾ, ਸਾਧ ਸੰਗਤ ਦੀ ਸੇਵਾ, ਅਨਕ ਭਾਂਤ ਕਰ ਸੇਵਾ ਕਰੀਏ। ਸੇਵਾ ਨਹੀਂ ਦਰਗਾਹ ਦੇ ਵਿੱਚ ਥਾਂ ਦਿਵਾਉਣੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਕਿੰਨੇ ਸਾਲ ਮਹਾਰਾਜ ਜੀ ਨੇ ਸੇਵਾ ਕਮਾਈ, ਤੇ ਸਾਧ ਸੰਗਤ ਜਦੋਂ ਜੁਲਾਹੇ ਦੀ ਖੱਡੀ ਵਿੱਚ ਪੈਰ ਅੜ ਕੇ ਡਿੱਗਦੇ ਹਨ ਤੇ ਸਾਧ ਸੰਗਤ ਜੁਲਾਹੇ ਦੇ ਘਰ ਵਾਲੀ ਜੁਲਾਹੀ ਕਹਿਣ ਲੱਗੀ ਇਹ ਤਾਂ ਨਿਥਾਵਾ ਹੈ, ਇਹ ਤਾਂ ਨਿਥਾਵਾ ਅਮਰੂ ਹੋਣਾ, ਇਸ ਤਰ੍ਹਾਂ ਉਸਨੇ ਸ਼ਬਦ ਕਹੇ। ਪਰ ਮੂੰਹ ਚੋਂ ਸਹਿਜ ਸੁਭਾਏ ਕਹਿਣ ਲੱਗੇ ਕਮਲੀਏ, ਹੁਣ ਮੈਂ ਨਿਥਾਵਾ ਨਹੀਂ, ਹੁਣ ਤਾਂ ਮੈਨੂੰ ਥਾਂ ਮਿਲੀ ਹੈ, ਸੇਵਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਦੇ ਘਰ ਵਿੱਚ ਥਾਂ ਮਿਲੀ ਹੈ। ਤੇ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਉਸ ਦਿਨ ਫਿਰ ਸਾਧ ਸੰਗਤ ਉਹਨਾਂ ਨੂੰ ਗੱਲ ਨਾਲ ਲਾ ਕੇ ਕਈ ਖਿਤਾਬ ਦਿੱਤੇ, ਨੇ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਪੱਤਿਆਂ ਦੀ ਪੱਤ, ਨੇ ਪੱਤਿਆਂ ਨੇ ਗੱਤਿਆਂ ਦੀ ਗੱਤ। ਇਸ ਤਰ੍ਹਾਂ ਦੇ ਨਾਲ ਕਈ ਬਚਨ ਕੀਤੇ, 11-12 ਇਸ ਤਰ੍ਹਾਂ ਦੇ ਬਚਨ ਕੀਤੇ ਸਨ ਸਾਧ ਸੰਗਤ। ਸੋ ਜਿਹੜੇ ਸੇਵਾ ਕਰਦੇ ਹਨ, ਸੇਵਾ ਕੀਤੀ ਹੋਈ ਕਦੇ ਨਿਫਲ ਨਹੀਂ ਜਾਂਦੀ। ਇਸ ਕਰਕੇ ਸੇਵਾ ਕਰੀਏ, ਕਿਸੇ ਖੋਣ ਦੀ ਬਜਾਏ, ਕਿਸੇ ਨਾਲ ਈਰਖਾ ਕਰਨ ਦੀ ਬਜਾਏ, ਕਿਉਂਕਿ ਸਾਡੇ ਵਿੱਚ ਐਸਾ ਆ ਗਿਆ ਕਿ ਸਾਧ ਸੰਗਤ ਵਾਹਿਗੁਰੂ ਜੀ ਦਾ ਦਿੱਤਾ ਪਤਾ ਨਹੀਂ ਕਿੰਨਾ ਕੋਈ ਸਾਡੇ ਕੋਲ ਹੋਵੇ, ਪਰ ਜੇ ਸਾਡੇ ਤੋਂ ਰੱਤੀ ਕੋਈ ਪਰ ਕਿਸੇ ਆਂਢੀ ਗਵਾਂਢੀ ਨੂੰ ਮਿਲ ਜਾਵੇ ਤੇ ਫਿਰ ਸਾਡੇ ਅੰਦਰ ਤਾਤ ਪਰਾਈ ਅੱਗ ਬਲਣ ਲੱਗ ਪੈਂਦੀ ਹੈ। ਮਹਾਰਾਜ ਕਹਿੰਦੇ ਹਨ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ, ਉਸ ਦਾ ਭਲਾ ਨਹੀਂ ਹੋ ਸਕਦਾ। ਜਿਹੜਾ ਕਿਸੇ ਵੱਲ ਵੇਖ ਕੇ ਈਰਖਾ ਕਰਦਾ ਹੈ, ਸੜਦਾ ਹੈ। ਸਾਧ ਸੰਗਤ ਜੇ ਅਸੀਂ ਇਹ ਕਹੀਏ ਮਹਾਰਾਜ ਤੁਸੀਂ ਮੈਨੂੰ ਵੀ ਬਹੁਤ ਕੁਝ ਦਿੱਤਾ, ਇਹਨੂੰ ਵੀ ਦਿੱਤਾ, ਹੋਰ ਦਿਓ, ਸਰਬੱਤ ਦੇ ਭਲੇ ਵਾਸਤੇ ਤਾਂ ਰੋਜ਼ ਅਰਦਾਸ ਕਰਕੇ ਗੁਰੂ ਘਰ ਜਾ ਕੇ ਮੱਥਾ ਟੇਕਦੇ ਹਾਂ, ਪਰ ਅੰਦਰ ਵੀ ਸਰਬੱਤ ਦਾ ਭਲਾ ਲੈ ਕੇ ਆਉਣਾ। ਗੁਰੂ ਘਰ ਜਾਣੇ, ਗੁਰੂ ਦੇ ਦਰਸ਼ਨ ਕਰਦੇ ਹਾਂ, ਗੁਰੂ ਦੀ ਗੋਦ ਵਿੱਚ ਬੈਠੇ ਹਾਂ, ਕਿੰਨੇ ਬਚਨ ਵਿਚਾਰੇ ਹਨ, ਕੋਈ ਕਿਣਕਾ ਸਾਧ ਸੰਗਤ ਆਪਣੇ ਅੰਦਰ ਅਪਲਾਈ ਵੀ ਕਰਨਾ। ਗੁਰਮੁਖ ਪਿਆਰੇ ਪਹੁੰਚ ਗਏ, ਕੀਰਤਨ ਦੀ ਰਮਤਾ ਹੋਣੀ। ਸਾਧ ਸੰਗਤ ਕੀਰਤਨ ਸੁਣ ਕੇ ਸਾਡੇ ਅੰਦਰ ਦਾ ਕੀਰਤਨ ਚੱਲ ਪਵੇ, ਕਥਾ ਸੁਣ ਕੇ ਸਾਡੇ ਅੰਦਰ ਦੇ ਗੁਰਮਤਿ ਵਿਚਾਰ ਚੱਲ ਪਵੇ, ਬਾਣੀ ਸੁਣ ਕੇ ਸਾਡੇ ਅੰਦਰ ਗੁਰੂ ਕਾ ਹੁਕਮ ਸ਼ਬਦ ਵਰਤਣ ਲੱਗ ਪਵੇ। ਐਸੀ ਗੁਰੂ ਸਾਹਿਬ ਕਿਰਪਾ ਕਰਨ। ਸੋ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਗੁਰੂ ਗਰੀਬ ਨਵਾਜ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ ਤੇ ਸਾਧ ਸੰਗਤ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਜੋ ਦੇਹੋ ਸਜਣ ਅਸੀਸੜੀਆਂ ਹੋਵੇ ਸਾਹਿਬ ਸਿਓ ਮੇਲ, ਦੇਹੋ ਸਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਜਿੱਥੇ ਉਸ ਆਤਮਾ ਦਾ ਮੇਲ ਪਰਮਾਤਮਾ ਨਾਲ ਹੋਵੇ, ਬੱਚਿਆਂ ਨੂੰ ਵੀ ਅਸੀਸਾਂ ਦਿਓ ਕਿ ਸਾਧ ਸੰਗਤ ਇਹ ਉਸ ਮਾਂ ਪਿਓ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ, ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਣ ਤੇ ਜੀਵਨ ਦੇ ਵਿੱਚ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚ ਧਰਮ ਦੇ ਮਾਰਗ ਤੇ ਚੱਲਣ। ਪਰਿਵਾਰ ਨੂੰ ਸਤਿਗੁਰੂ ਜੀ ਜੋੜ ਕੇ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਸਾਧ ਸੰਗਤ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ। ਬੇਨਤੀ
ਕੀਤੀ। ਗੁਰੂ ਕੀ ਬਾਣੀ ਨੂੰ ਹਿਰਦੇ 'ਚ ਵਸਾਈਏ, ਗੁਰੂ ਵਾਲੇ ਬਣੀਏ, ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਜੀਵਨ ਨੂੰ ਸਫਲਾ ਬਣਾਈਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਇਸ ਗੁਰੂ ਘਰ ਵਿਖੇ ਬੇਅੰਤ ਸਾਲ 7-8 ਸਾਲ ਕਰੀਬ ਸੇਵਾ ਪਹਿਲਾਂ ਕਰਦੇ ਰਹੇ। ਹੁਣ ਦਾਸ ਬਾੜੇਵਾਲ ਨਗਰ ਵਿਖੇ ਸੇਵਾ ਕਰ ਰਿਹਾ। ਆਪ ਸੰਗਤਾਂ ਦੀਆਂ ਬਹੁਤ ਅਸੀਸਾਂ, ਇਸ ਪਰਿਵਾਰ ਨਾਲ ਬਹੁਤ ਪਿਆਰ, ਮਾਤਾ ਜੀ ਨਾਲ ਬਹੁਤ ਪਰਿਵਾਰ। ਜਦੋਂ ਵੀ ਮਿਲਣਾ ਆਪਣੇ ਪੁੱਤਾਂ ਵਾਂਗੂ ਮਿਲਣਾ, ਗਲਵੱਕੜੀ 'ਚ ਲੈ ਕੇ ਮਿਲਣਾ। ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਉਹ ਪਿਆਰ, ਇਹ ਸਤਿਕਾਰ ਸਾਡਾ ਆਪਸ ਵਿੱਚ ਸਾਰਿਆਂ ਦਾ ਹੀ ਇਸੇ ਤਰ੍ਹਾਂ ਬਣਿਆ ਰਵੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਸਾਂਝਾ ਬਖਸ਼ਿਸ਼ ਕਰਨ। ਸ਼ਬਦ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਦਾਸ ਨੂੰ ਦਿਓ ਇਜਾਜ਼ਤ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।